ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਨੰਦ ਚੰਦ ਕੀ ਵਾਰਤਾ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਆਪਣੀ ਕਲਮ ਦੁਆਰਾ ਬੜੇ ਸੁੰਦਰ ਤਰੀਕੇ ਦੇ ਨਾਲ ਛੰਦਾਬੰਦੀ ਦੇ ਵਿੱਚ ਹੁਣ ਭਾਈ ਨੰਦ ਚੰਦ ਜੀ ਦਾ ਜੀਵਨ, ਜਿਵੇਂ ਉਹਨਾਂ ਦੀ ਕਥਾ ਹੈ ਉਹ ਦੱਸ ਰਹੇ ਨੇ। ਜਿਵੇਂ ਇਹ ਨੰਦ ਚੰਦ ਗੁਰੂ ਤੋਂ ਬੇਮੁਖ ਹੋਇਆ, ਉਹ ਹੁਣ ਕਥਾ ਵਿਚਾਰ ਆ ਰਹੀ ਹੈ। ਕਵੀ ਜੀ ਕਹਿੰਦੇ ਹੁਣ ਆਪਾਂ ਇਹ ਨੰਦ ਚੰਦ ਦੀ ਕਥਾ ਆਪ ਜੀ ਨੂੰ ਸੁਣਾਉਣ ਲੱਗੇ ਹਾਂ। ਸੁਣਿਆ ਭਇਓ ਬਿਆਸ। ਹੇ ਸਰੋਤਾ ਜਣੋ, ਹੇ ਪਿਆਰਿਓ, ਆਪ ਜੀ ਕਿਰਪਾ ਕਰਕੇ ਪ੍ਰੇਮ ਦੇ ਨਾਲ ਇਹਨੂੰ ਸੁਣਨਾ ਕਰੋ। ਜਿਵੇਂ ਇਹ ਨੰਦ ਚੰਦ ਦਾ ਨਾਸ਼ ਹੋਇਆ, ਰਾਖੇ ਭੀ ਸੋ ਨਾ ਰਹੇ। ਇਹਨੂੰ ਕਹਿੰਦੇ ਗੁਰੂ ਨੇ ਰੱਖਣਾ ਚਾਹਿਆ ਪਰ ਇਹ ਨਾ ਰਹਿ ਸਕਿਆ। ਭਾਵੀ ਭਈ ਪ੍ਰਕਾਸ਼। ਜਿਵੇਂ ਕੌਤਕ ਸੀ, ਜਿਵੇਂ ਹੋਣੀ ਸੀ, ਉਹ ਪ੍ਰਕਾਸ਼ ਹੋ ਗਈ, ਜਿਹਦੇ ਕਰਕੇ ਇਹਦਾ ਵਿਨਾਸ਼ ਹੋ ਗਿਆ, ਇਹ ਨਾਸ ਹੋ ਗਿਆ। ਚੌਪਈ ਹੁਤੇ ਉਦਾਸੀ ਸਾਧ ਸੁਜਾਨਾ। ਇੱਕ ਕਹਿੰਦੇ ਬੜਾ ਚਤੁਰ ਸਿਆਣਾ ਸਾਧ ਹੋਇਆ ਹੈ। ਲਿਖਿਓ ਗ੍ਰੰਥ ਸਾਹਿਬ ਨਿਜ ਪਾਨਾ। ਉਹਨੇ ਆਪਣੇ ਹੱਥਾਂ ਦੇ ਨਾਲ ਬੜੇ ਪ੍ਰੇਮ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਆਪਣੇ ਹੱਥਾਂ ਦੇ ਨਾਲ ਲਿਖਿਆ ਸੀ। ਪੂਰਨ ਕਰ ਆਨੰਦਪੁਰ ਆਏ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ, ਜਦੋਂ ਸੰਪੂਰਨ ਹੋਇਆ, ਇਹ ਚੱਲ ਕਰਕੇ ਸਾਧ ਆਨੰਦਪੁਰ ਆਇਆ ਹੈ। ਇਕ ਤੋ ਦਰਸ਼ਨ ਚਾਓ ਬਿਰਧਾਏ। ਇੱਕ ਤੇ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂਗੇ, ਐਸਾ ਮਨ ਦੇ ਵਿੱਚ ਚਾਓ ਪੈਦਾ ਕੀਤਾ, ਚਾਓ ਆਇਆ ਹੈ। ਅੱਖਰ ਸਤਿਗੁਰ ਕਰਕੇ। ਦੂਸਰਾ ਸੋਚਿਆ ਕਿ ਜਿਹੜੇ ਗੁਰਾਂ ਦੇ ਪਵਿੱਤਰ ਹੱਥਾਂ ਦੇ ਅੱਖਰ ਹਨ, ਲਿਖ ਵਹਿ ਟਿਕ ਬਿਨਤੀ ਕਰਕੇ। ਤੇ ਬਿਨਤੀ ਕਰਕੇ ਤੇ ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਤੇ ਇਹਨਾਂ ਦੇ ਦਸਤਖਤ ਕਰਾ ਲਵਾਂਗਾ। ਨੰਦ ਚੰਦ ਕੋ ਮਿਲੇ ਸੋ ਆਏ। ਇਹ ਜਿਹੜਾ ਸਾਧ ਸੀ ਚੱਲ ਕਰਕੇ ਨੰਦ ਚੰਦ ਦੇ ਕੋਲ ਆਇਆ। ਨੰਦ ਚੰਦ ਦੇ ਕੋਲ ਆਣ ਕਰਕੇ ਇਹਨੂੰ ਮਿਲਿਆ ਹੈ। ਨਿਜ ਕਾਰਜ ਕੋ ਦਇਓ ਸੁਨਾਏ। ਆਪਣਾ ਜਿਹੜਾ ਕਾਰਜ ਸੀ, ਜਿਹੜਾ ਇਹ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਇਆ ਸੀ ਕਿ ਇਸ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਸਤਖਤ ਕਰਾਉਣੇ ਨੇ, ਆਪਣਾ ਕਾਰਜ ਆਣ ਕਰਕੇ ਇਹ ਨੰਦ ਚੰਦ ਨੂੰ ਸੁਣਾਇਆ ਹੈ। ਲਿਖਿਓ ਗ੍ਰੰਥ ਸਾਹਿਬ ਹਮ ਅੱਛੇ। ਕਹਿਣ ਲੱਗਾ, ਹੈ ਭਾਈ ਨੰਦ ਚੰਦ, ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਇਹ ਮੈਂ ਬੜੇ ਚੰਗੇ ਤਰੀਕੇ ਨਾਲ ਲਿਖਿਆ ਹੈ। ਦਸਖਤ ਪ੍ਰਭ ਕੇ ਇਸਮ ਹੈ ਬਾਂਛੇ। ਤੇ ਮੇਰੀ ਇੱਛਾ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਸਖਤ ਕਰਾ ਲਵਾਂ। ਹਮ ਤੇ ਕਹਿਓ ਜਾਏ ਕਿਮ ਨਾਹੀ। ਕਿਉਂਕਿ ਆਪਾਂ ਦੇ ਗੁਰਾਂ ਦੇ ਨਾਲ ਇੰਨੀ ਨੇੜਤਾ ਨਹੀਂ ਹੈ, ਇਸ ਕਰਕੇ ਸਾਡੇ ਕੋਲ ਐਸੇ ਬਚਨ ਨਹੀਂ ਹੋਣਗੇ ਕਿ ਗੁਰਾਂ ਨੂੰ ਜਾ ਕਰਕੇ ਕਹੀਏ, ਇਹ ਗੁਰੂ ਜੀ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਦਸਤਖਤ ਕਰ ਦੇਵੋ। ਕਹਿੰਦੇ ਇਹ ਕਾਜ ਸਾਡੇ ਕੋ ਨਹੀਂ ਕਿਹਾ ਜਾਵੇਗਾ। ਤੁਮ ਕਹੀਐ ਰਹਤੈ ਨਿਤ ਪਾਹੀ। ਹਾਂ ਤੇ ਇਹ ਭਾਈ ਨੰਦ ਚੰਦ, ਤੁਸੀਂ ਤਾਂ ਨੇੜੇ ਰਹਿੰਦੇ ਹੋ, ਇਹ ਕਾਜ ਤੁਸੀਂ ਕਰਾ ਸਕਦੇ ਹੋ, ਇਸ ਕਰਕੇ ਤੁਹਾਨੂੰ ਆਣ ਕਰਕੇ ਮੈਂ ਕਹਿਆ ਹੈ। ਨੰਦ ਚੰਦ ਸੋ ਗ੍ਰੰਥ ਮੰਗਾਇਓ। ਉਸੇ ਵਕਤ ਇਹ ਨੰਦ ਚੰਦ ਨੇ ਉਹ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਗਵਾ ਲਿਆ ਸਾਧ ਦੇ ਕੋਲੋਂ। ਸੁੰਦਰ ਲਿਖਤ ਦੇਖ ਬਿਰਮਾਇਓ। ਜਦੋਂ ਉਹਦੇ ਉੱਤ ਸੁੰਦਰ ਤਰੀਕੇ ਦੇ ਨਾਲ ਲਿਖਾਈ ਨੇ ਵੇਖੀ ਹੈ ਕਿ ਬੜੇ ਸੁੰਦਰ ਤਰੀਕੇ ਦੇ ਨਾਲ ਗੁਰਾਂ ਦਾ ਸਰੂਪ ਲਿਖਿਆ ਹੋਇਆ ਹੈ, ਜਦੋਂ ਐਸਾ ਗ੍ਰੰਥ ਇਹਨੇ ਵੇਖਣਾ ਕੀਤਾ, ਬੜਾ ਹੈਰਾਨ ਹੋਇਆ ਹੈ। ਆਪ ਰਖਨ ਕੋ ਇੱਛਾ ਠਾਨੀ। ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਵਾਸਤੇ ਇਹਨੇ ਆਪਣੇ ਮਨ ਦੇ ਵਿੱਚ ਇੱਛਾ ਕੀਤੀ। ਸਾਧਨ ਸੰਗ ਬਣੀ ਪੁਨ ਬਾਨੀ। ਇਹਨੇ ਜਿਹੜਾ ਸਾਧ ਜਿਹਨੇ ਆਪਣੇ ਹੱਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਹੋਇਆ ਸੀ, ਉਹ ਸਾਧ ਨੂੰ ਇਹਨੇ ਐਵੇਂ ਕਹਿਣਾ ਕੀਤਾ, ਬੈਠੋ ਤੁਮ ਨਿਚਿੰਤਪੁਰ ਬਾਸੋ। ਕਹਿੰਦਾ, ਹੈ ਸਾਧ ਜੀ, ਤੁਸੀਂ ਬਿਨਾਂ ਕੋਈ ਚਿੰਤਾ ਤੋਂ ਆਪਣੇ ਨਗਰ ਦੇ ਵਿੱਚ ਬੈਠ ਜਾਵੋ, ਬਿਨਾਂ ਕੋਈ ਚਿੰਤਾ ਤੋਂ, ਕੋਈ ਆਪਣੇ ਚਿੰਤਾ ਨਾ ਮਨ ਦੇ ਵਿੱਚ ਰੱਖਣਾ ਕਰਿਓ। ਜਬ ਗੁਰ ਟਿਕ ਦੇਖੋ ਅਵਕਾਸ਼ੋਂ। ਤੇ ਜਦੋਂ ਵੀ ਸਮਾਂ ਮਿਲੇਗਾ, ਜਦੋਂ ਗੁਰੂਆਂ ਦਾ ਮੈਂ ਸਮਾਂ ਵੇਖਣਾ ਕਰਾਂਗਾ, ਬਿਨੈ ਭਨੋ ਮੈਂ ਦਿਉ ਲਿਖਵਾਈ। ਤੇ ਉਹਨਾਂ ਨੂੰ ਬੇਨਤੀ ਕਰਕੇ ਤੇ ਇਸ ਗੁਰੂ ਗ੍ਰੰਥ ਸਾਹਿਬ ਤੇ ਮੈਂ ਉਹਨਾਂ ਦੇ ਦਸਖਤ ਕਰਾ ਲਵਾਂਗਾ। ਦੇਰ ਲਗੇ ਕਾਰਜ ਹੋਏ ਜਾਏ। ਤੇ ਹਾਂ ਸਾਧ ਜੀ, ਦੇਰ ਤਾਂ ਲੱਗ ਜਾਵੇਗੀ ਪਰ ਤੁਹਾਡਾ ਕਾਰਜ
ਕਾਰਜ ਸਫਲ ਹੋ ਜਾਵੇਗਾ। ਜਿਹੜਾ ਤੁਸੀਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਦਸਖਤ ਕਰਾਉਣੇ ਐ, ਇਹ ਜਿਹੜਾ ਕਾਰਜ ਇਹ ਹੋ ਜਾਵੇਗਾ, ਪਰ ਕੁਝ ਕੁ ਦੇਰ ਲੱਗੇਗੀ। ਸੁਣ ਸਾਧ ਗ੍ਰੰਥ ਤਿਸ ਦੀਨ। ਐਵੇਂ ਸੁਣ ਕਰਕੇ ਉਹ ਸਾਧ ਨੇ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹ ਨੰਦ ਚੰਨ ਨੂੰ ਦੇ ਦਿੱਤਾ। ਦਸਖਤ ਕਰਵੈ ਹੈ ਚਿਤ ਲੀਨ। ਐਵੇਂ ਹੁਣ ਚਿੱਤ ਦੇ ਵਿੱਚ ਐਵੇਂ ਕਹਿਣ ਲੱਗਾ ਕਿ ਇਹ ਨੰਦ ਚੰਦ ਹੁਣ ਦਸਤਖਤ ਕਰਾ ਲਵੇਗਾ। ਬੀਜੋ ਮਾਸ ਸਾਧ ਨਿਤ ਆਵੈ। ਐਵੇਂ ਕਹਿੰਦੇ ਫਿਰ ਕਈ ਕੁ ਮਹੀਨੇ ਬਤੀਤ ਹੋਏ ਨੇ, ਉਹ ਸਾਧ ਫੇਰ ਚੱਲ ਕਰਕੇ ਨੰਦ ਕਾ ਚੰਦ ਦੇ ਕੋਲ ਆਇਆ। ਨਿਜ ਕਾਰਜ ਸਿਮਰਨ ਕਰਵਾਵੈ। ਨਿਤਾ ਪ੍ਰਤੀ ਆਉਂਦਾ ਹੈ, ਆਪਣਾ ਜਿਹੜਾ ਕਾਰਜ ਹੈ ਦਸਖਤ ਕਰਾਉਣ ਵਾਲਾ ਆਣ ਕਰਕੇ ਨੰਦ ਚੰਦ ਨੂੰ ਰੋਜ਼ ਚੇਤੇ ਕਰਾਉਂਦਾ ਹੈ। ਹੋਕੇ ਬਾਕ ਤਿਨਹੁ ਸੰਗ ਕਹੈ। ਐਵੇਂ ਖੋਕੀਆਂ ਗੱਲਾਂ ਜੀਆਂ ਬਣਾ ਕਰਕੇ ਇਹਨੂੰ ਦੱਸਣ ਲੱਗਾ ਸਾਧ ਨੂੰ। ਨਹਿ ਵਕਾਸ਼ ਮੋਹਿ ਕੋ ਲਹੈ। ਕਹਿੰਦਾ ਅਜੇ ਕੋਈ ਸਮਾਂ ਨਹੀਂ ਮਿਲਿਆ ਕਿ ਜਦੋਂ ਮੈਂ ਗੁਰਾਂ ਦੇ ਕੋਲੋਂ ਦਸਖਤ ਕਰਾ ਲਵਾਂ, ਐਸਾ ਸਮਾਂ ਨਹੀਂ ਮੈਂ ਜਾਣਿਆ ਹੈ। ਕਰੋ ਧੀਰ ਮੈਂ ਦਿਓ ਲਿਖਵਾਏ। ਤੇ ਹਾਂ ਸਾਧ ਜੀ ਤੁਸੀਂ ਐਵੇਂ ਕਰੋ, ਅਜੇ ਧੀਰਜ ਧਾਰਨ ਕਰੋ, ਜਦੋਂ ਸਮਾਂ ਮਿਲੇਗਾ ਮੈਂ ਇਸ ਗੁਰੂ ਗ੍ਰੰਥ ਸਾਹਿਬ ਤੇ ਗੁਰਾਂ ਦੇ ਦਸਖਤ ਕਰਾ ਲਵਾਂਗਾ। ਜਬ ਹੈ ਵੀ ਲੋਕਹੁ ਦਿਆਲ ਸੁਭਾਏ। ਜਦੋਂ ਮੈਂ ਗੁਰਾਂ ਦਾ ਦਿਆਲੂ ਸੁਭਾਅ ਵੇਖਾਂਗਾ, ਉਦੋਂ ਮੈਂ ਇਹ ਦਸਖਤ ਉਹਨਾਂ ਦੇ ਕੋਲੋਂ ਕਰਾ ਲਵਾਂਗਾ। ਦਿਨ ਦੋਏ ਚਾਰ ਦੇਖੀਐ ਔਰ। ਤੇ ਸਾਧ ਜੀ ਤੁਸੀਂ ਐਵੇਂ ਕਰੋ ਕਿ 2-4 ਦਿਨ ਹੋਰ ਵੇਖਣਾ ਕਰੋ। ਲਿਖੈ ਬਚਨ ਸੋਢੀ ਸਿਰ ਮੌਰ। ਸੋਢੀ ਸਿਰਮੌਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਇੱਥੇ ਲਿਖਾ ਦੇਵਾਂਗਾ। ਸੁਣ ਕਰ ਸਾਧ ਗਏ ਨਿਜ ਡੇਰੇ। ਐਵੇਂ ਸੁਣ ਕਰਕੇ ਉਹ ਜਿਹੜਾ ਸਾਧ ਸੀ ਫਿਰ ਆਪਣੇ ਡੇਰੇ ਆਪਣੇ ਘਰ ਨੂੰ ਚਲਾ ਗਿਆ। ਇੱਕ ਦਿਨ ਬਿਤਾਏਗੇ ਫੇਰੇ। ਕਈ ਕੁ ਦਿਨ ਫੇਰ ਬਤੀਤ ਹੋ ਗਏ ਹਨ। ਆਲਾ ਡਾਲਾ ਕਰ ਕੁਨ ਮੋਰੇ। ਉਹ ਫੇਰ ਚੱਲ ਕਰਕੇ ਸਾਧ ਆਇਆ ਨੰਦ ਚੰਦ ਦੇ ਕੋਲ। ਜਦੋਂ ਆਣ ਕਰਕੇ ਪੁੱਛਿਆ ਕਿ ਮੇਰਾ ਕਾਰਜ ਹੋ ਗਿਆ, ਫੇਰ ਨੰਦ ਚੰਦ ਅੱਗੋਂ ਟਾਲਾ ਵਟੌਲਾ ਜਿਹਾ ਕਰਨ ਲੱਗਾ ਹੈ। ਇਸ ਪ੍ਰਕਾਰ ਦਿਨ ਬਿਤੇ ਨਾ ਥੋਰੇ। ਇਸ ਪ੍ਰਕਾਰ ਕਹਿੰਦੇ ਕਈ ਕੁ ਦਿਨ ਹੋਰ ਬਤੀਤ ਹੋਏ ਹਨ। ਆਵਤ ਜਾਤੇ ਖਸ਼ਟ ਮਹੀਨੇ। ਐਵੇਂ ਰੋਜ਼ ਉਹ ਸਾਧ ਆਉਂਦਾ ਚਲਿਆ ਜਾਂਦਾ, ਆਉਂਦਾ ਚਲਿਆ ਜਾਂਦਾ, ਐਵੇਂ 6 ਮਹੀਨੇ ਬੀਤੀਤ ਹੋ ਗਏ ਹਨ। ਕਰੇ ਬੇਤਾਵਨ ਗ੍ਰੰਥ ਨ ਦੀਨੇ। ਐਵੇਂ ਰੋਜ਼ ਆਣ ਕਰਕੇ ਦੱਸਦਾ ਹੈ, ਪਰ ਇੰਨੇ ਨੰਦ ਚੰਦ ਨੇ ਉਹ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹ ਸਾਧ ਨੂੰ ਨਾ ਦਿੱਤਾ। ਆਜ ਕਾਲ ਕੋ ਦੇਤ ਬਤਾਈ। ਐਵੇਂ ਅੱਗੋਂ ਕਹਿ ਦਿੰਦਾ ਅੱਜ ਤੇਰਾ ਕੰਮ ਹੋ ਜਾਵੇਗਾ, ਕੱਲ ਤੇਰਾ ਕਾਰਜ ਸਫਲ ਹੋ ਜਾਵੇਗਾ। ਐਵੇਂ ਟਾਲਾ ਮਟੋਲਾ ਜਿਹਾ ਕਰੀ ਜਾਂਦਾ ਹੈ। ਤੇਨ ਹੈ ਸਹੀ ਭਵਾਈ। ਪਰ ਇਹਨੇ ਨੰਦ ਚੰਦ ਨੇ ਗੁਰਾਂ ਦੇ ਦਸਖਤ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਨਾ ਕਰਵਾਏ। ਰਾਖੋ ਗ੍ਰੰਥ ਪਾਸ ਮੈਂ ਆਪਣੋ। ਆਪਣੇ ਹਿਰਦੇ ਵਿੱਚ ਆਪਣੇ ਮਨ ਦੇ ਵਿੱਚ ਐਵੇਂ ਵਿਚਾਰ ਕਰਦਾ ਹੈ, ਕਹਿੰਦਾ ਇਹ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਂ ਆਪਣੇ ਹੁਣ ਪਾਸ ਹੀ ਰੱਖਾਂਗਾ। ਸਾਧਨ ਕੌਣੈ ਦੇਵੋ ਸੁਪਨੇ। ਤੇ ਹੁਣ ਇਹ ਸਾਧੂ ਨੂੰ ਮੈਂ ਸੁਪਨੇ ਦੇ ਵਿੱਚ ਵੀ ਐਸਾ ਸਰੂਪ ਨਹੀਂ ਦਵਾਂਗਾ। ਆਛੀ ਲਿਖਤ ਘਾਟ ਵੱਡ ਨਾਹੀ। ਕਿਉਂਕਿ ਇਹਦੇ ਵਿੱਚ ਬੜੇ ਚੰਗੇ ਤਰੀਕੇ ਦੇ ਨਾਲ ਲਿਖਾਈ ਹੋਈ ਹੈ, ਕਿਸੇ ਪ੍ਰਕਾਰ ਕੋਈ ਘਾਟਾ ਵਾਧਾ ਨਹੀਂ ਇਹਦੇ ਵਿੱਚ ਲਿਖਿਆ ਹੋਇਆ। ਬੜੇ ਸੁੰਦਰ ਤਰੀਕੇ ਦੇ ਨਾਲ ਇਹਦੀ ਰਚਨਾ ਹੋਈ ਹੈ। ਲਿਖਿਓ ਨਾ ਜਾਏ ਅਪਰ ਕੈ ਪਾਹੀ। ਤੇ ਹੋਰ ਕਿਸੇ ਦੇ ਕੋਲੋਂ ਐਸਾ ਸਰੂਪ ਨਹੀਂ ਲਿਖਿਆ ਜਾਵੇਗਾ। ਇੱਕ ਦਿਵਸ ਸਾਧ ਚੱਲ ਗਏ। ਇੱਕ ਦਿਨ ਐਸਾ ਆਇਆ, ਫੇਰ ਸਾਧ ਇਹਦੇ ਕੋਲ ਚੱਲ ਕਰਕੇ ਆਇਆ ਹੈ। ਕੁਛ ਕਠੋਰ ਬਚ ਬੋਲਤ ਗਏ। ਇਹ ਜਿਹੜਾ ਸਾਧ ਆਇਆ ਸੀ ਇਹ ਨੰਦ ਚੰਦ ਦੇ ਕੋਲ ਚੱਲ ਕਰਕੇ ਇਹਨੇ ਆਣ ਕਰਕੇ ਕੁਝ ਕਠੋਰ ਕੌੜੇ ਬਚਨ ਇਹਨੂੰ ਨੰਦ ਚੰਦ ਨੂੰ ਕਹਿਣਾ ਕੀਤੇ। ਸੁਣ ਕੇ ਕਹਿਓ ਔਰ ਲਿਖ ਲੀਜੈ। ਐਵੇਂ ਸੁਣ ਕਰਕੇ ਨੰਦ ਚੰਦ ਕਹਿਣ ਲੱਗਾ, ਕਹਿੰਦਾ ਜੇ ਐਡਾ ਤੂੰ ਸਮਰੱਥ ਸਾਧ ਹੈ ਤੇ ਹੋਰ ਦੂਸਰਾ ਸਰੂਪ ਤੂੰ ਲਿਖ ਲੈਣਾ ਕਰ। ਲਾਗਤ ਮੈਂ ਦੇਵ ਹਾਂ ਕਹਿ ਦੀਜੈ। ਤੇ ਜਿਹੜਾ ਤੂੰ ਦੂਸਰਾ ਸਰੂਪ ਲਿਖੇਗਾ ਉਹਦੀ ਜਿੰਨੇ ਵੀ ਲਾਗਤ ਲੱਗੇਗੀ ਮੈਂ ਤੈਨੂੰ ਦੇ ਦੇਵਾਂਗਾ। ਲਿਖ ਆਨੋ ਤਿਸ ਪਰ ਗੁਰ ਦਸਖਤ। ਦੂਸਰਾ ਸਰੂਪ ਲਿਖ ਕਰਕੇ ਲੈ ਆ ਤੇ ਉਹਦੇ ਉੱਪਰ ਮੈਂ ਗੁਰਾਂ ਦੇ ਦਸਖਤ ਕਰਾ ਦੇਵਾਂਗਾ। ਮੈਂ ਕਰਵਾਏ ਦਿਓ ਪਰ ਹਰਖਤ। ਤੇ ਮੈਂ ਖੁਸ਼ੀ ਹੋ ਕਰਕੇ ਪ੍ਰਸੰਨ ਹੋ ਕਰਕੇ ਉਹਦੇ ਉੱਪਰ ਗੁਰਾਂ ਦੇ ਦਸਖਤ ਕਰਾ ਦੇਵਾਂਗਾ। ਏ ਕਰ ਜਾਹੋ ਆਪਣੇ ਡੇਰੇ। ਤੇ ਉਹ ਫਿਰ ਦੂਸਰਾ ਸਰੂਪ ਲਿਖਿਆ ਤੇ ਉਹਦੇ ਉੱਪਰ ਦਸਖਤ ਕਰਾ ਦੇਵਾਂਗਾ। ਤੇ ਫਿਰ ਤੂੰ ਉਹ ਦੂਸਰਾ ਸਰੂਪ ਆਪਣੇ ਡੇਰੇ ਵਿੱਚ ਲੈ ਕਰਕੇ ਚਲਾ ਜਾਵੀਂ। ਰਹਿਬ ਉਚਿਤ ਨਹੀਂ ਇਸ ਬੇਰੇ। ਤੇ ਕਹਿੰਦਾ ਹੁਣ ਤੂੰ ਸੁਣ ਲੈ, ਇੱਥੇ ਰਹਿਣਾ ਤੇਰੇ ਵਾਸਤੇ ਠੀਕ ਨਹੀਂ, ਉਚਿਤ ਨਹੀਂ ਹੈ। ਮਹਿ ਮਨ ਹੋ ਮੈਂ ਦਿਓ ਕਢਾਏ। ਤੇ ਹੁਣ ਤੂੰ ਇੱਥੋਂ ਚਲਿਆ ਜਾ।
ਤੇ ਜੇ ਤੂੰ ਮੇਰੀ ਹੂੰ ਤੂੰ ਗੱਲ ਨਾ ਮੰਨੀ ਤੇ ਤੈਨੂੰ ਮੈਂ ਇੱਥੋਂ ਧੱਕੇ ਮਾਰ ਕੇ ਕਢਵਾ ਦਵਾਂਗਾ। ਨਤਲੇ ਜਾਹੋ ਜੋ ਦਰਬ ਦਿਵਾਈ। ਨਹੀਂ ਤਾਂ ਕਹਿੰਦੇ ਜਿਹੜਾ ਮੈਂ ਤੈਨੂੰ ਧਨ ਦੇ ਰਿਹਾ ਇਹਦੇ ਬਦਲੇ ਨਹੀਂ ਤਾਂ ਉਹ ਤੂੰ ਇੱਥੋਂ ਲੈ ਕੇ ਚਲਿਆ ਜਾ। ਸਾਧ ਗਰੀਬ ਸੁਣਤ ਸੁਖ ਪਾਇਓ। ਤੋ ਸਾਧ ਸੰਗਤ ਜੀ ਜਿਹੜਾ ਗਰੀਬ ਸਾਧ ਸੀ ਸੁਣ ਕਰਕੇ ਇਹਨੇ ਬੜਾ ਹੀ ਦੁੱਖ ਪਾਉਣਾ ਕੀਤਾ। ਇਸੇ ਬਹੁਤ ਪਰ ਬਸ ਨ ਬਸਾਇਓ। ਬੜਾ ਗੁੱਸਾ ਆਇਆ ਸਾਧ ਦੇ ਮਨ ਦੇ ਵਿੱਚ, ਪਰ ਇਹ ਗਰੀਬ ਦਾ ਕੋਈ ਵਸ ਨਾ ਚੱਲਿਆ। ਇੱਕ ਦਿਨ ਸਾਹਿਬ ਚੜੇ ਅਖੀਰ। ਇਧਰੋਂ ਸਰਵੌਰ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਇੱਕ ਦਿਨ ਜੀਵਾਂ ਦਾ ਉਧਾਰ ਕਰਨ ਵਾਸਤੇ ਸ਼ਿਕਾਰ ਖੇਡਣ ਵਾਸਤੇ ਗਏ ਹਨ। ਦਰੀ ਪੁਕਾਰ ਹੋਏ ਤਬ ਨੇਰ। ਉਦੋਂ ਪੁਕਾਰ ਕਰਨ ਵਾਸਤੇ ਗੁਰਾਂ ਦੇ ਕੋਲ ਗਿਆ। ਸੁਣ ਪ੍ਰਭ ਸੇਵਕ ਤਬਹਿ ਪਠਾਇਓ। ਸੁਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਇਹ ਸਾਧ ਦੇ ਕੋਲ ਭੇਜਣਾ ਕੀਤਾ। ਸੁਣ ਕੇ ਸਭ ਪ੍ਰਸੰਗ ਸੁਆਇਓ। ਐਵੇਂ ਸਾਰਾ ਉਹਦਾ ਪ੍ਰਸੰਗ ਸੁਣ ਕਰਕੇ ਜਿਵੇਂ ਉਹ ਸਾਧ ਨੇ ਦੱਸਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹ ਆਨੰਦ ਚੰਦ ਨੂੰ ਦੇ ਕਰਕੇ ਆਇਆ ਕਿ ਗੁਰਾਂ ਦੇ ਮੈਂ ਦਸਖਤ ਕਰਾਉਣੇ ਸੀ। ਇਹ ਸਾਰਾ ਜਦੋਂ ਪ੍ਰਸੰਗ ਇਹਨੇ ਸੁਣਾਇਆ ਇਹ ਸਿੱਖ ਉਹਦੇ ਕੋਲੋਂ ਪ੍ਰਸੰਗ ਸੁਣ ਕਰਕੇ ਤੇ ਗੁਰਾਂ ਦੇ ਕੋਲ ਆਉਣਾ ਕੀਤਾ। ਆਨੰਦ ਚੰਦ ਟਿਕ ਗ੍ਰੰਥ ਬਤਾਵੇ। ਤੇ ਇਹ ਆਣ ਕੇ ਕਹਿਣ ਲੱਗਾ ਹੈ ਗੁਰੂ ਜੀ ਇਹ ਜਿਹੜਾ ਸਾਧ ਹੈ ਇਹ ਐਵੇਂ ਦੱਸਦਾ ਕਿ ਮੈਂ ਇੱਕ ਗ੍ਰੰਥ ਲਿਖਣਾ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਤੇ ਉਹ ਮੈਂ ਆਨੰਦ ਚੰਦ ਦੇ ਕੋਲ ਦੇ ਕਰਕੇ ਆਇਆ। ਉਹਦੇ ਕੋਲ ਉਹ ਗ੍ਰੰਥ ਪਿਆ ਹੋਇਆ ਹੈ। ਬਲ ਤੇ ਦੇਤ ਨਹੀਂ ਡਰ ਪਾਵੇ। ਤੇ ਉਹ ਬਲ ਦੇ ਸਹਿਤ ਉਹ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦਿੰਦਾ ਹੈ ਤੇ ਬੜਾ ਹੀ ਅੱਗੋਂ ਡਰ ਦਿੰਦਾ ਹੈ। ਤਬ ਗੁਰ ਇੱਕ ਨਰ ਸੰਗ ਪਠਾਇਓ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੇ ਬੋਲ ਸੁਣ ਕਰਕੇ ਇੱਕ ਸਿੱਖ ਉਹ ਸਾਧ ਦੇ ਨਾਲ ਭੇਜਣਾ ਕੀਤਾ। ਦੇਹੋ ਦਿਵਾਏ ਪ੍ਰਭੂ ਫੁਰਮਾਇਓ। ਤੇ ਉਹ ਸਿੱਖ ਨੂੰ ਐਵੇਂ ਬਚਨ ਕੀਤੇ, ਕਹਿੰਦੇ ਇਹਨਾਂ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨਾਂ ਨੂੰ ਦਵਾ ਦੇਵੋ। ਐਵੇਂ ਗੁਰਾਂ ਨੇ ਆਪਣੇ ਮੁਖ ਦੇ ਵਿੱਚੋਂ ਬਚਨ ਕੀਤੇ। ਆਨੰਦ ਚੰਦ ਕੇ ਨਿਕਟ ਗਏ ਹੈ। ਐਸਾ ਹੁਕਮ ਪਾ ਕਰਕੇ ਉਹ ਸਾਧ ਤੇ ਸਿੱਖ ਇਹ ਆਨੰਦ ਚੰਦ ਦੇ ਕੋਲ ਗਏ ਹਨ। ਦੇਹੋ ਗ੍ਰੰਥ ਗੁਰ ਕਹਿਤ ਭਏ ਹੈ। ਜਾ ਕਰਕੇ ਇਹ ਸਿੱਖ ਨੇ ਕਹਿਣਾ ਕੀਤਾ, ਕਹਿੰਦੇ ਹੇ ਆਨੰਦ ਚੰਦ ਇਹ ਜਿਹੜਾ ਇਹਦੇ ਪਾਸੋਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨੂੰ ਦੇ ਦੇਣਾ ਕਰ, ਐਵੇਂ ਗੁਰਾਂ ਦਾ ਹੁਕਮ ਆਇਆ ਹੈ। ਸੁਣ ਕੇ ਕਹਿਓ ਨਹੀਂ ਮੈਂ ਰਾਖਾਂ। ਤੇ ਸੁਣ ਕਰਕੇ ਇਹ ਆਨੰਦ ਚੰਦ ਕਹਿਣ ਲੱਗਾ, ਕਹਿੰਦਾ ਇਹਨਾਂ ਦਾ ਜਿਹੜਾ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਹੈ ਇਹ ਮੈਂ ਆਪਣੇ ਕੋਲ ਨਹੀਂ ਰੱਖਾਂਗਾ। ਅੱਗੇ ਹੀ ਦੇਨੋ ਅਬਿਲਾਖੋ। ਕਹਿੰਦਾ ਮੈਂ ਤੇ ਅੱਗੇ ਇੱਛਾ ਰੱਖੀ ਹੋਈ ਸੀ ਕਿ ਇਹਨਾਂ ਦਾ ਮੈਂ ਲਿਖਿਆ ਹੋਇਆ ਗ੍ਰੰਥ ਇਹਨਾਂ ਨੂੰ ਵਾਪਸ ਕਰ ਦੇਵਾਂਗਾ। ਕਹੋ ਤੋ ਜਾਏ ਹੁਕਮ ਤੁਮ ਪਾਏ। ਤੇ ਕਹਿਣ ਲੱਗਾ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕਰਕੇ ਕਹਿ ਦੇਵੋ ਕਿ ਜਿਵੇਂ ਤੁਸੀਂ ਹੁਕਮ ਕੀਤਾ ਹੈ ਨਾ ਕਿ ਇਹਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਦੇਵੋ। ਕਹਿੰਦੇ ਐਵੇਂ ਜਾ ਕਰਕੇ ਉਹਨਾਂ ਨੂੰ ਦੱਸ ਦਵੋ ਕਿ ਮੈਂ ਉਹਨਾਂ ਦਾ ਹੁਕਮ ਪਾ ਕਰਕੇ ਦੇਉ ਉਤਾਇਲ ਰੱਖਿਓ ਨਾ ਕਾਏ। ਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕਰਕੇ ਕਹਿ ਦਿਓ ਕਿ ਛੇਤੀ ਦੇ ਨਾਲ ਇਹਨੂੰ ਮੈਂ ਦੇ ਦਿੱਤਾ। ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਕੋਲ ਨਹੀਂ ਰੱਖਿਆ ਹੈ। ਗੁਰ ਸੇਵਕ ਸੋ ਕਹਿ ਮ ਬਾਤਾ। ਐਵੇਂ ਉਹ ਜਿਹੜਾ ਗੁਰਾਂ ਪਾਸੋਂ ਭੇਜਿਆ ਹੋਇਆ ਸਿੱਖ ਸੀ ਉਹਨੂੰ ਐਵੇਂ ਕਹਿ ਕਰਕੇ ਸਾਧਨ ਸਾਥ ਬਨਿਓ ਇਸ ਭੰਤਾ। ਬਾਅਦ ਵਿੱਚ ਉਹਨੂੰ ਤਾਂ ਭੇਜ ਦਿੱਤਾ, ਮਗਰੋਂ ਇਹ ਸਾਧ ਨੂੰ ਐਵੇਂ ਕਹਿਣ ਲੱਗਾ ਹੈ ਆਨੰਦ ਚੰਦ ਕਹਿਓ ਡਰਕਤ ਤੁਮ ਫਿਰੋ ਕਨੇਰੇ। ਕਹਿੰਦੇ ਕਿਉਂ ਤੂੰ ਐ ਮਸਤਾਨਿਆਂ ਜਿਹਾ ਵਾਂਗੂ ਇੱਧਰ ਉੱਧਰ ਫਿਰਦਾ ਹੈ। ਆਈ ਪ੍ਰਾਤ ਲੈ ਗਮਨ ਹੋ ਡੇਰੇ। ਕਹਿੰਦੇ ਹਾਂ ਆਨੰਦ ਚੰਦ ਕਹਿਣ ਲੱਗਾ ਕਿ ਹੁਣ ਤੂੰ ਸਵੇਰੇ ਆਣ ਕਰਕੇ ਮੇਰੇ ਡੇਰੇ ਦੇ ਵਿੱਚੋਂ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਜਾਵੀਂ। ਸੋ ਬਾਸੁਰ ਇਮਟਾਰਨ ਕੀਨਾ। ਕਹਿੰਦੇ ਉਹ ਵੀ ਦਿਨ ਇਹਨੇ ਟਾਲਾ ਮਟੌਲਾ ਜਿਹਾ ਕਰਕੇ ਉਹ ਵੀ ਦਿਨ ਲੰਘਾ ਦਿੱਤਾ ਹੈ। ਗਏ ਸਾਖ ਤਿਨ ਕੋ ਡਰ ਦੀਨਾ। ਤੇ ਇਦੋਂ ਫਿਰ ਸਾਧ ਸਵੇਰ ਹੋਣ ਤੇ ਇਹਦੇ ਡੇਰੇ ਗਿਆ। ਜਦੋਂ ਡੇਰੇ ਗਿਆ ਫਿਰ ਇਹਨੇ ਉਹਨੂੰ ਡਰ ਪਾਉਣਾ ਕੀਤਾ, ਐਵੇਂ ਕਹਿਣ ਲੱਗਾ ਭਲਾ ਚਾਹੋ ਪੁਰ ਤਿਆਗ ਸਿਧਾਰਹੁ। ਕਹਿੰਦਾ ਹੇ ਸਾਧਾ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਇਹ ਨਗਰ ਇਹ ਦੇਸ਼ ਛੱਡ ਕਰਕੇ ਤੂੰ ਭੱਜ ਜਾ। ਜੇ ਅਬ ਕੇ ਗੁਰ ਪਾਸ ਪੁਕਾਰਹੁ। ਤੇ ਜੇ ਹੁਣ ਤੂੰ ਜਾ ਕਰਕੇ ਗੁਰਾਂ ਦੇ ਕੋਲ ਜਾ ਕਰਕੇ ਪੁਕਾਰ ਕੀਤੀ ਨਾ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦਿੰਦੇ, ਐਸੀ ਪੁਕਾਰ ਜਾ ਕਰਕੇ ਤੂੰ ਕੀਤੀ ਕੈਦ ਪਰ ਹੋਗੇ ਛੂਟੋ ਨਾਹੀ। ਤੇ ਤੈਨੂੰ ਮੈਂ ਕੈਦ ਕਰ ਦੇਵਾਂਗਾ, ਕਿਸੇ ਪ੍ਰਕਾਰ ਤੂੰ ਛੁੱਟੇਗਾ ਨਹੀਂ। ਕਸ਼ਟ ਸਹੋ ਕਾਰਾਗ੍ਰਹਿ ਮਾਹੀ। ਕਾਲ ਕੋਠਰੀ ਦੇ ਵਿੱਚ ਤੈਨੂੰ ਬੰਦ ਕਰ ਦੇਵਾਂਗਾ ਜਿਹਦੇ ਵਿੱਚ ਤੂੰ ਬੜਾ ਹੀ ਕਸ਼ਟ ਪਾਵੇਂਗਾ।
ਇਤਿਆਦਿਕ ਕਹਿ ਤਾੜਨ ਕਰੇ। ਇਤਿਆਦਿਕ ਹੋਰ ਬੜੇ ਮੰਦੇ ਬਚਨ ਇਹਨੂੰ ਸਾਧ ਨੂੰ ਕਰਨਾ ਕੀਤੇ। ਆਨੰਦ ਚੰਦ ਨੇ ਤਾੜਨਾ ਕੀਤੀ ਹੈ। ਆਨੰਦ ਚੰਦ ਨੇ ਲਾ ਵਹਿਰ ਨਿਕਰੇ। ਤੇ ਐਵੇਂ ਇਹ ਆਨੰਦ ਚੰਦ ਨੇ ਉਹ ਸਾਧ ਦੇ ਨਾਲ ਹੋਰ ਬਣੀਆਂ ਗੱਲਾਂ ਖੋਟੇ ਬਚਨ ਕਰਨਾ ਕੀਤੇ ਐ। ਧੱਕੇ ਮਾਰ ਕਰਕੇ ਉਹ ਸਾਧ ਨੂੰ ਬਾਹਰ ਕੱਢ ਦਿੱਤਾ। ਕਾਰਣ ਕਾਰਤ ਬਹੁਤ ਰਸਕਾਰੇ। ਹੋਰ ਬੜੀਆਂ ਗਾਲਾਂ ਕੱਢੀਆਂ, ਹੋਰ ਬੜੀ ਬੇਇੱਜ਼ਤੀ ਕੀਤੀ ਹੈ ਸਾਧ ਦੀ। ਕਰੋ ਪੁਕਾਰ ਤਾ ਹੋਵਹਿ ਮਾਰੇ। ਕਹਿੰਦਾ ਜੇ ਹੁਣ ਤੂੰ ਜਾ ਕਰਕੇ ਕਿਤੇ ਪੁਕਾਰ ਕੀਤੀ ਨਾ ਤੈਨੂੰ ਮੈਂ ਮਾਰ ਦੇਵਾਂਗਾ। ਦੁਖੀ ਭਏ ਬਹੁ ਛਪ ਛਪ ਰਹੇ। ਐਵੇਂ ਉਹ ਸਾਧ ਬੜਾ ਦੁਖੀ ਹੋਇਆ, ਹੁਣ ਲੁਕ ਛੁਪ ਕਰਕੇ ਰਹਿਣ ਲੱਗਾ। ਨਿਜ ਦੁਖ ਕਿਸਹੋਂ ਪਾਸ ਨ ਕਹੇ। ਹੁਣ ਆਪਣਾ ਗਰੀਬ ਕਿਸੇ ਨੂੰ ਦੁੱਖ ਜਾ ਕਰਕੇ ਨਹੀਂ ਸੁਣਾਉਂਦਾ ਹੈ। ਦੁਖਿਓ ਮਾਸ ਗੁਰ ਪੇ ਅਸਵਾਰ। ਐਵੇਂ ਕਹਿੰਦੇ ਕੁਝ ਕੁ ਮਹੀਨੇ ਬਤੀਤ ਹੋਏ ਨੇ, ਫੇਰ ਗੁਰੂ ਜੀ ਜੀਵਾਂ ਦਾ ਉਧਾਰ ਕਰਨ ਵਾਸਤੇ ਬਾਹਰ ਨਿਕਲੇ। ਪਹੁੰਚੇ ਉੱਚੇ ਕਰਤ ਪੁਕਾਰ। ਫੇਰ ਉੱਚੀਆਂ ਉੱਚੀਆਂ ਪੁਕਾਰਾਂ ਕਰਦਾ ਹੋਇਆ ਇਹ ਸਾਧ ਫੇਰ ਗੁਰਾਂ ਦੇ ਕੋਲ ਪਹੁੰਚਿਆ। ਨੰਦ ਚੰਦ ਕੁਛ ਤਰਾਸ ਨਾ ਮਾਨਿਓ। ਗੁਰਾਂ ਦੇ ਕੋਲ ਜਾ ਕਰਕੇ ਕਹਿਣ ਲੱਗਾ, ਹੈ ਹਜੂਰ, ਉਹ ਜਿਹੜਾ ਆਨੰਦ ਚੰਦ ਸੀ ਉਹਨੇ ਆਪ ਜੀ ਦਾ ਕਿਸੇ ਪ੍ਰਕਾਰ ਡਰ ਧਾਰਨ ਨਹੀਂ ਕੀਤਾ ਹੈ। ਤੇਰਿਓ ਹੁਕਮ ਜੋ ਆਪ ਬਖਾਨਿਓ। ਜਿਹੜਾ ਤੁਸੀਂ ਹੁਕਮ ਕੀਤਾ ਸੀ ਉਹਨੇ ਉਹਦਾ ਡਰ ਨਹੀਂ ਪਾਉਣਾ ਕੀਤਾ, ਉਹਦੀ ਆਗਿਆ ਨਹੀਂ ਮੰਨੀ, ਆਪ ਜੀ ਦਾ ਹੁਕਮ ਨਹੀਂ ਮੰਨਣਾ ਕੀਤਾ ਹੈ। ਕਰਤ ਟਾਰ ਸੋ ਗ੍ਰੰਥ ਨ ਦੇਤ। ਉਹਨੇ ਫੇਰ ਟਾਲਾ ਜਿਹਾ ਕਰ ਦਿੱਤਾ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ ਹੈ। ਰਾਸਤ ਹਮੇ ਸੋ ਰਾਖਣ ਹੇਤ। ਤੇ ਹਮੇਸ਼ਾ ਹੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਣ ਵਾਸਤੇ ਸਾਨੂੰ ਡਰ ਦਿੰਦਾ ਹੈ। ਹੇ ਪ੍ਰਭ ਕਿਰਪਾ ਕਰੋ ਇਮ ਜਾਪੇ। ਹੇ ਪ੍ਰਭੂ ਕਿਰਪਾਲੂ ਦਇਆਲੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਹੁਣ ਕਿਰਪਾ ਕਰੋ, ਮੈਨੂੰ ਤਾਂ ਐਵੇਂ ਹੀ ਗੱਲ ਜਾਪਦੀ ਹੈ। ਇਹੋ ਮੰਗਾਏ ਪ੍ਰਭੂ ਦੇਹੁ ਆਪੇ। ਤੇ ਹੁਣ ਇਹ ਚੰਗੀ ਗੱਲ ਹੈ, ਕਿਰਪਾ ਕਰਕੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਹੀ ਮੈਨੂੰ ਮੰਗਵਾ ਦੇਵੋ। ਕਾਰਨ ਕਾਰਤ ਮਾਰਨ ਤਿਆਰਾ। ਤੇ ਗੁਰੂ ਜੀ ਜੇ ਮੈਂ ਗਿਆ ਉਹਦੇ ਕੋਲੋਂ ਫੇਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਵਾਸਤੇ ਤੋ ਮੈਨੂੰ ਫੇਰ ਗਾਲਾਂ ਕੱਢੇਗਾ, ਉਹ ਤਾਂ ਲੜਨ ਵਾਸਤੇ ਮੈਨੂੰ ਮਾਰਨ ਵਾਸਤੇ ਤਿਆਰ ਹੀ ਹੈ। ਇਹ ਆਪਣੇ ਤਿਨ ਗ੍ਰੰਥ ਸੁਭਾਰਾ। ਤੇ ਗੁਰੂ ਜੀ ਉਹ ਮੇਰੇ ਪਾਸੋਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨੇ ਆਪਣੇ ਘਰ ਦੇ ਵਿੱਚ ਸੰਭਾਲ ਕਰਕੇ ਰੱਖਿਆ ਹੈ। ਪੁਕਾਰ ਸਾਧਨ ਕੀ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਸਾਧੂ ਦੀ ਪੁਕਾਰ ਸੁਣ ਕਰਕੇ ਜਾਨ ਦੁਸ਼ਟ ਮਨ ਕੁਪੇ ਕਨੇਰ। ਗੁਰੂ ਜੀ ਨੇ ਜਾਣਿਆ ਕਿ ਇਹ ਆਨੰਦ ਚੰਦ ਬੜਾ ਦੁਸ਼ਟ ਹੈ। ਇਵੇਂ ਜਾਣ ਕਰਕੇ ਗੁਰੂ ਜੀ ਬੜੇ ਵੀਰਸ ਦੇ ਵਿੱਚ ਆਏ ਨੇ, ਆਪਣਾ ਚਿਹਰਾ ਲਾਲੋ ਲਾਲ ਕਰਿਆ, ਬੜੇ ਗੁੱਸੇ ਦੇ ਵਿੱਚ ਆਏ ਹਨ। ਸਿੰਘਨ ਕੋ ਭਾਖ ਪਠਾਇਓ। ਐਵੇਂ ਦੋਵਾਂ ਸਿੰਘਾਂ ਨੂੰ ਸਤਿਗੁਰੂ ਨੇ ਫੇਰ ਭੇਜਣਾ ਕੀਤਾ। ਸਮੈ ਵਿਨਾਸ਼ ਕਿਦੋ ਤੁਵ ਆਇਓ। ਕਹਿੰਦੇ ਇਹ ਮੂਰਖ ਦਾ ਕਿਤੇ ਸਮਾਂ ਨੇੜੇ ਤੇ ਨਹੀਂ ਆ ਗਿਆ, ਮੌਤ ਕੀ ਨਹੀਂ ਨੇੜੇ ਆ ਗਈ। ਐਵੇਂ ਗੁਰਾਂ ਨੇ ਬਚਨ ਕੀਤੇ। ਜਬਰੀ ਕਰੇ ਗ੍ਰੰਥ ਇਕ ਸ਼ੀਨਾ। ਜਿਵੇਂ ਇਹਨੇ ਕਹਿੰਦੇ ਜ਼ਬਰਦਸਤੀ ਕਰਕੇ ਇਹ ਸਾਧ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛੀਨ ਲਿਆ, ਉਹਦੇ ਕੋਲੋਂ ਖੋਹ ਲਿਆ ਹੈ। ਬਹੁ ਹੁਕਮ ਕੋ ਮੇਟਨ ਕੀਨਾ। ਤੇ ਦੂਸਰੀ ਗਲਤੀ ਇਹਨੇ ਇਹ ਕੀਤੀ ਕਿ ਸਾਡਾ ਬਚਨ ਹੀ ਮੋੜ ਦਿੱਤਾ, ਜਿਹੜਾ ਆਪਾਂ ਹੁਕਮ ਕੀਤਾ ਸੀ। ਖੋਟੇ ਕਹਿ ਦੀਏ ਦਿਖਾਈ। ਇਹਨੂੰ ਕਹਿੰਦੇ ਆਪਣੇ ਖੋਟੇ ਦਿਨ ਦਿਖਾਈ ਦਿੰਦੇ ਹਨ। ਚਾਹੇ ਮਸੰਦਨ ਕੀ ਵਡਿਆਈ। ਆਪਾਂ ਤੇ ਕਹਿੰਦੇ ਮਸੰਦਾਂ ਦੀ ਵਡਿਆਈ ਹੀ ਚਾਹੁੰਦੇ ਹਾਂ। ਜੋ ਰਹਿ ਦੇਹ ਕਹੈ ਇਸ ਬੇਰਾ। ਕਹਿੰਦੇ ਹੁਣ ਜੇ ਸਾਡੇ ਬਚਨ ਇਹਨੇ ਫੇਰ ਮੋੜ ਦਿੱਤੇ, ਫੇਰ ਗੁਰਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਸੀ ਨਾ ਕਿ ਜਾ ਕਰਕੇ ਫੇਰ ਸਾਡੇ ਵੱਲੋਂ ਇਹ ਉਹਨੂੰ ਹੁਕਮ ਸੁਣਾ ਦੇਵੋ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਦੇਵੇ। ਗੁਰੂ ਜੀ ਕਹਿਣ ਲੱਗੇ ਇਸ ਵਾਰ ਫੇਰ ਜੇ ਸਾਡੇ ਹੁਕਮ ਦੀ ਇਹਨੇ ਪਾਲਣਾ ਨਾ ਕੀਤੀ, ਫੇਰ ਇਹਨੇ ਸਰੂਪ ਵਾਪਸ ਨਾ ਕੀਤਾ, ਲੂਟ ਲੀਜੀਐ ਮੂਰਖ ਡੇਰਾ। ਤੇ ਗੁਰੂ ਜੀ ਕਹਿਣ ਲੱਗੇ ਹੇ ਸਿੰਘੋ ਫਿਰ ਇਹ ਮੂਰਖ ਦਾ ਡੇਰਾ ਹੀ ਲੁੱਟ ਲੈਣਾ ਕਰਿਓ। ਕਹਿ ਨਾਥ ਅਖੀਰ ਸਿਧਾਰੇ। ਐਵੇਂ ਬਚਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵਾਂ ਦਾ ਉਧਾਰ ਕਰਨ ਵਾਸਤੇ ਸ਼ਿਕਾਰ ਖੇਡਣ ਗਏ। ਕਾਨਨ ਵਿਚਰੇ ਕੋਲ ਪ੍ਰਹਾਰੇ। ਜੰਗਲ ਦੇ ਵਿੱਚ ਗਏ ਨੇ ਗੁਰੂ ਜੀ, ਜਿਹੜੇ ਸੂਰਾਂ ਦੀ ਜੂਨਾਂ ਦੇ ਵਿੱਚ ਪਏ ਹੋਏ ਸਨ ਉਹਨਾਂ ਦਾ ਉਧਾਰ ਕੀਤਾ, ਉਹਨਾਂ ਨੂੰ ਮੁਕਤ ਕਰ ਦਿੱਤਾ। ਸਿੰਘ ਸਾਧ ਪਹੁੰਚੇ ਤਬ ਆਏ। ਇਧਰੋਂ ਜਿਹੜੇ ਸਿੰਘ ਤੇ ਸਾਧ ਸਨ ਐਵੇਂ ਇਕੱਠੇ ਹੋ ਕਰਕੇ ਉੱਥੇ ਪਹੁੰਚ ਗਏ। ਬੈਠਿਓ ਆਨੰਦ ਚੰਦ ਜਿਹ ਠਾਏ। ਜਿੱਥੇ ਇਹ ਆਨੰਦ ਚੰਦ ਬੈਠਾ ਹੋਇਆ ਸੀ, ਜਿੱਥੇ ਇਹਨੇ ਡੇਰਾ ਆਪਣਾ ਕੀਤਾ ਹੋਇਆ। ਪ੍ਰਭ ਕੋ ਹੁਕਮ ਉਚਾਰਤ ਕੀਨਾ। ਜਾ ਕਰਕੇ ਇਹ ਸਿੰਘਾਂ ਨੇ ਗੁਰਾਂ ਦਾ ਹੁਕਮ ਜਾ ਕਰਕੇ ਦੱਸ ਦਿੱਤਾ। ਇਹੋ ਗ੍ਰੰਥ ਕਿਉ ਨੈ ਤੈ ਦੀਨਾ। ਉਹ ਜਾ ਕਰਕੇ ਰੋਬ ਦੇ ਵਿੱਚ ਆਣ ਕਰਕੇ ਸਿੰਘਾਂ ਨੇ ਐਵੇਂ ਬੋਲ ਕੀਤੇ,
ਕਹਿਣ ਲੱਗੇ ਹੇ ਨੰਦ ਚੰਦ ਤੂੰ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਉਂ ਨਹੀਂ ਦਿੱਤਾ ਹੈ? ਆਪਣਾ ਭਲੋ ਚਾਹਤ ਕੈ ਨਾਹੀ। ਤੂੰ ਆਪਣਾ ਭਲਾ ਚਾਹੁੰਦਾ ਹੈ ਕਿ ਨਹੀਂ? ਮਿਲਿਓ ਕਿ ਚਹੈ ਮਸੰਦਨ ਮਾਹੀ। ਕਹਿੰਦੇ ਕਿਉਂ ਤੂੰ ਮਸੰਦਾਂ ਦੇ ਵਿੱਚ ਮਿਲਣਾ ਚਾਹੁੰਦਾ ਅਮਲੋ ਹੈ? ਰਾਖੀ ਤੋਹੇ ਬੜਾਈ। ਕਹਿੰਦੇ ਹੁਣ ਤਾਂ ਗੁਰਾਂ ਨੇ ਤੇਰੀ ਵਡਿਆਈ ਰੱਖ ਲਈ ਸੀ ਅੱਜ ਤੱਕ, ਨਲ ਡੇਰਾ ਤੂਰਨ ਲੁੱਟ ਜਾਈ। ਨਹੀਂ ਤਾਂ ਕਹਿੰਦੇ ਹੁਣ ਤੇਰਾ ਆਪਾਂ ਡੇਰਾ ਲੁੱਟ ਲਵਾਂਗੇ, ਐਸਾ ਹੁਕਮ ਗੁਰਾਂ ਨੇ ਸਾਨੂੰ ਦਿੱਤਾ ਹੈ। ਲੋਕ ਗ੍ਰੰਥ ਨਿਜ ਰੱਛਾ ਕਰੀ ਹੈ। ਤੇ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਆਪਣੀ ਰੱਖਿਆ ਚਾਹੁੰਦਾ ਹੈ, ਤੇ ਇਹਨਾਂ ਦਾ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨਾਂ ਨੂੰ ਵਾਪਸ ਕਰ ਦੇ। ਕਿਉ ਨਾਹਕ ਨਿਜ ਕਾਜ ਬਿਗੜੀ ਹੈ। ਤੇ ਕਿਉਂ ਐਵੇਂ ਆਪਣੇ ਕਾਜ ਵਿਗਾੜਦਾ ਹੈ? ਕਿਉਂ ਗੁਰਾਂ ਦੇ ਨਾਲ ਐਵੇਂ ਵੈਰ ਪਾਉਂਦਾ ਹੈ? ਸਰਬਤ ਬੋਲਿਓ ਗ੍ਰੰਥ ਨ ਦਹਿ। ਐਵੇਂ ਹੰਕਾਰ ਦੇ ਵਿੱਚ ਆਣ ਕਰਕੇ ਨੰਦ ਚੰਦ ਕਹਿਣ ਲੱਗਾ, ਕਹਿੰਦਾ ਜਾ ਜੋ ਮਰਜ਼ੀ ਕਰ ਲੋ, ਮੈਂ ਤੁਹਾਨੂੰ ਗ੍ਰੰਥ ਨਹੀਂ ਦੇਵਾਂਗਾ। ਗੁਰ ਬਣਾਏ ਵੇ ਸਮਰੱਥ ਮੈਂ ਹਾਂ। ਕਹਿੰਦਾ ਤੁਹਾਡਾ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਉਹ ਵੀ ਮੇਰੇ ਸਮਰੱਥ ਹੈ, ਮੇਰੇ ਕਰਕੇ ਹੀ ਬਣਿਆ ਹੋਇਆ ਹੈ। ਸ੍ਰੀ ਗੁਰ ਹਰਿ ਰਾਏ ਕੋ ਬੰਸ। ਕਹਿੰਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਜਿਹੜੀ ਹਰਗੋਬਿੰਦ ਸਾਹਿਬ ਜੀ ਦੀ ਬੰਸ ਹੈ। ਜਿਸ ਟਿਕ ਬੈਸੋਂ ਕਰੋ ਪ੍ਰਸੰਸ। ਕਹਿੰਦੇ ਜਿੱਥੇ ਵੀ ਮੈਂ ਜਾ ਕੇ ਉਹਨਾਂ ਦੀ ਪ੍ਰਸ਼ੰਸਾ ਕਰਨਾ ਕਰਾਂ, ਉਹਨਾਂ ਦੀ ਕਥਾ ਵਾਰਤਾ ਦੱਸਾਂ। ਦਮ ਸੰਗਤਾਂ ਤਹਾਂ ਬੁਲਾਵਾਂ। ਕਹਿੰਦਾ ਜਿੱਥੇ ਮੈਂ ਜਾ ਕਰਕੇ ਉਹਨਾਂ ਦਾ ਪ੍ਰਸੰਗ ਦੱਸਾਂਗਾ ਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਉੱਥੇ ਸੰਗਤਾਂ ਆਣ ਕਰਕੇ ਇਕੱਠੀਆਂ ਹੋ ਜਾਣਗੀਆਂ, ਮੈਂ ਸੰਗਤਾਂ ਬੁਲਾ ਲਵਾਂਗਾ। ਦਰਬ ਅਕੋਰਨ ਦੇ ਪੁਜਵਾਵਾਂ। ਤੇ ਬੜੀਆਂ ਮੈਂ ਭੇਟਾਵਾਂ ਇਕੱਠੀਆਂ ਕਰਾਂਗਾ, ਆਪਣੇ ਆਪ ਨੂੰ ਪੁਜਾ ਲਵਾਂਗਾ। ਸੁਣੈ ਸਿੰਘਨ ਤਬੈ ਬਖਾਨਾ। ਐਵੇਂ ਜਦੋਂ ਬਚਨ ਸੁਣੇ ਐ ਉਹ ਦੋਵੇਂ ਸਿੰਘ ਬੋਲਣ ਲੱਗੇ ਹਨ। ਦੇਹੁ ਆਵਨ ਅਬ ਕਿਰਪਾ ਨਿਧਾਨਾ। ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਲੈਣ ਦੇ, ਜਿਹੜੇ ਕਿਰਪਾ ਦੇ ਖਜ਼ਾਨੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਹੁਣ ਉਹਨਾਂ ਨੂੰ ਆ ਲੈਣਗੇ, ਫੇਰ ਤੈਨੂੰ ਦੱਸਣਗੇ। ਬੀਤੀ ਸੰਗ ਮਸੰਦਨ ਜੈਸੇ। ਕਹਿੰਦੇ ਜਿਵੇਂ ਵਿਧੀ ਦੇ ਨਾਲ ਮਸੰਦਾਂ ਨੂੰ ਕਸ਼ਟ ਦਿੱਤੇ ਸਨ, ਉਹਨਾਂ ਨੂੰ ਬੜੀਆਂ ਸਜ਼ਾਵਾਂ ਦਿੱਤੀਆਂ ਸੀ। ਹੋਏ ਹੈ ਤੋਹੇ ਸਾਥ ਪੀ ਤੈਸੇ। ਤੇ ਹੁਣ ਉਸੇ ਪ੍ਰਕਾਰ ਤੈਨੂੰ ਗੁਰੂ ਜੀ ਸਜ਼ਾ ਦੇਣਗੇ। ਹੁਕਮ ਹਟਾਏ ਗਰਭ ਤੇ ਕਹੈ। ਐਵੇਂ ਕਹਿੰਦੇ ਹੰਕਾਰ ਦੇ ਵਿੱਚ ਆਣ ਕਰਕੇ ਤੂੰ ਗੁਰਾਂ ਦੀ ਹੁਕਮ ਨਾ ਮੰਨਿਆ, ਹੁਕਮ ਦੀ ਹਦੂਲੀ ਕੀਤੀ, ਕਹਿੰਦੇ ਇਹਦਾ ਤੈਨੂੰ ਬੜਾ ਭਾਰੀ ਕਸ਼ਟ ਹੋਵੇਗਾ। ਗੁਰੂ ਬਨਾਵਨ ਮਮ ਕਰ ਤੇ ਹੈ। ਦੂਸਰਾ ਤੂੰ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਂ ਬਣਾਉਣਾ ਇਹ ਮੇਰੇ ਹੱਥ ਵਿੱਚ ਹੈ, ਐਸੇ ਖੋਟੇ ਬਚਨ ਕਰਦਾ ਹੈ। ਕਹਿੰਦੇ ਐਸੇ ਬਚਨ ਕੀਤੇ ਨੇ, ਇਹਦੀ ਸਜ਼ਾ ਤੈਨੂੰ ਆਪਾਂ ਜ਼ਰੂਰ ਦੇਵਾਂਗੇ। ਕਹਿ ਸਿੱਖ ਗਮਨੇ ਨਿਜ ਡੇਰੇ। ਐਵੇਂ ਕਹਿ ਕਰਕੇ ਉਹ ਸਿੰਘ ਆਪਣੇ ਆਪਣੇ ਡੇਰੇ ਚਲੇ ਗਏ ਹਨ। ਪਾਛੇ ਉਪਜਿਓ ਤਰਾਸ ਕਨੇਰੇ। ਪਿੱਛੋਂ ਹੁਣ ਇਹ ਨੰਦ ਚੰਦ ਆਪਣੇ ਹਿਰਦੇ ਦੇ ਵਿੱਚ ਬੜਾ ਹੀ ਡਰ ਧਾਰਨ ਕੀਤਾ ਹੈ। ਮਮਦਰ ਬਾਗ ਬਣੇ ਜਬ ਸੁਨ ਹੈ। ਹੁਣ ਆਪਣੇ ਹਿਰਦੇ ਵਿੱਚ ਐਵੇਂ ਸੋਚਦਾ ਹੈ, ਕਹਿੰਦਾ ਜਿਹੜੇ ਦੁਰਭਾਗ ਮੈਂ ਕਹੇ ਆ, ਜਿਹੜੇ ਖੋਟੇ ਬਚਨ ਕਹੇ ਆ, ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਣਨਗੇ ਨਾ ਗਹਿ ਬੰਦੇ ਸਿੱਖ ਹਨ ਹੈ। ਤੇ ਮੈਨੂੰ ਛੱਡਣਗੇ ਨਹੀਂ, ਇਹ ਜਿਹੜੇ ਸਿੰਘ ਨੇ ਮੈਨੂੰ ਬੰਨ ਕੇ ਮਾਰ ਦੇਣਗੇ। ਦੀਨ ਪਵਾਏ ਸ਼ੀਗਰ ਚੱਲ ਪਰਿਓ। ਐਵੇਂ ਸੋਚ ਕਰਕੇ ਇਹ ਮੂਰਖ ਨੇ ਘੋੜੇ ਉੱਪਰ ਕਾਠੀ ਪਾ ਲਈ ਹੈ। ਕਾਠੀ ਪਾ ਕਰਕੇ ਉਸੇ ਵੇਲੇ ਆਪਣੇ ਮਹਿਲ ਦੇ ਵਿੱਚੋਂ ਆਪਣੇ ਡੇਰੇ ਨੂੰ ਛੱਡ ਦਿੱਤਾ। ਗ੍ਰੰਥ ਦਾਸ ਕੇ ਸਿਰ ਪਰ ਧਰਿਓ। ਤੇ ਇਹਦਾ ਜਿਹੜਾ ਕੋਈ ਚੇਲਾ ਚਾਟਰਾ ਸੀ ਜਾਂ ਦਾਸ ਸੀ, ਉਹਦੇ ਸਿਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਦਿੱਤਾ। ਅਪਰ ਵਸਤੂ ਕੁਛ ਭਟ ਨਿਜ ਲੈ ਤੇ ਕੇ। ਕੁਝ ਕੁ ਜਿਹੜੀਆਂ ਵਸਤੂਆਂ ਪਦਾਰਥ ਇਤਿਆਦਿਕ ਹੋਰ ਵਸਤੂਆਂ ਸਨ, ਇਹਨੇ ਆਪਣੇ ਨਾਲ ਲੈ ਲਈਆਂ ਹਨ। ਤਤਰਵ ਤਰਿਓ ਤਰੀ ਪਰ ਹਵੈ ਕੈ। ਐਵੇਂ ਸਤੱਦਰ ਦਾ ਜਿਹੜਾ ਸਤਲੁਜ ਦਾ ਦਰਿਆ ਹੈ, ਇਹਨੇ ਕਹਿੰਦੇ ਬੇੜੀ ਉੱਪਰ ਅਸਵਾਰ ਹੋ ਕਰਕੇ ਉਹ ਦਰਿਆ ਨੂੰ ਪਾਰ ਕਰ ਲਿਆ। ਗਇਓ ਭਾਜ ਕਰ ਪੁਰ ਕਰ ਤਾਰਾ। ਐਵੇਂ ਭੱਜ ਕਰਕੇ ਕਰਤਾਰਪੁਰ ਦੇ ਵਿੱਚ ਚਲਾ ਗਿਆ। ਮਨ ਤੇ ਆਏ ਪ੍ਰਭੂ ਉਚਾਰਾ। ਐਵੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਵਾਂ ਦਾ ਉਧਾਰ ਕਰਕੇ ਜੰਗਲ ਦੇ ਵਿੱਚੋਂ ਵਾਪਸ ਆਏ, ਭਇਓ ਬਲਾਇਨ ਸੁਧ ਸੁਣ ਸਾਰੀ। ਐਵੇਂ ਗੁਰੂ ਜੀ ਨੇ ਫਿਰ ਖਬਰ ਪਾਈ ਹੈ ਕਿ ਇਹ ਮੂਰਖ ਭੱਜ ਗਿਆ ਹੈ। ਸ਼ਰਾਪ ਹੇਤ ਗੁਰ ਗਿਰਾ ਉਚਾਰੀ। ਉਸ ਵੇਲੇ ਗੁਰੂ ਨੇ ਆਪਣੇ ਸ਼੍ਰੋਮਣੀ ਮੁਖ ਦੇ ਵਿੱਚੋਂ ਐਵੇਂ ਬਚਨ ਕੀਤੇ, ਸ਼ਰਾਪ ਕਰਨਾ ਕੀਤਾ। ਅਤੇ ਮਸੰਦਨ ਜਿਮ ਲਖ ਭਾਜਾ। ਕਹਿੰਦੇ ਜਿਵੇਂ ਮਸੰਦਾਂ ਦੀ ਸਜ਼ਾ ਸੁਣ ਕਰਕੇ ਇਹ ਮੂਰਖ ਭੱਜ ਗਿਆ ਮ੍ਰਿਤ ਹੈ। ਕੇ ਡਰ ਤੇ ਕੀਨ ਕੋ ਕਾਜਾ। ਤੇ ਮੌਤ ਤੋਂ ਡਰ ਕਰਕੇ ਇਹਨੇ ਜਿਹੜਾ ਖੋਟਾ ਕਾਰਜ ਕੀਤਾ ਹੈ ਭੱਜਣ ਵਾਲਾ। ਅਬ ਯਹ ਜੈ ਹੈ ਮ੍ਰਿਤ ਤਿਸ ਆਗੇ। ਕਹਿੰਦੇ ਮੌਤ ਦੇ ਵਾਸਤੇ ਤੇ ਇਹ ਭੱਜਿਆ ਹੈ ਨਾ ਕਿ ਮੈਨੂੰ ਮੌਤ ਨਾ ਆਵੇ।
ਤੇ ਗੁਰੂ ਜੀ ਨੇ ਉਸੇ ਵੇਲੇ ਹੁਕਮ ਕਰ ਦਿੱਤਾ, ਸੇ ਬਚਨ ਕਰ ਦਿੱਤੇ ਆਪਣੇ ਮੁਖ ਦੇ ਵਿੱਚੋਂ। ਕਹਿੰਦੇ ਜਦੋਂ ਵੀ ਇਹ ਮੂਰਖ ਕਿਤੇ ਜਾਵੇਗਾ ਅੱਗੇ ਹੀ ਇਹਦੀ ਮੌਤ ਖੜੀ ਹੋਵੇਗੀ। ਤਜੇ ਪ੍ਰਾਣ ਕਿਮ ਬਚਹਿ ਭਾਗੇ। ਤੇ ਕਿਵੇਂ ਹੁਣ ਇਹ ਭੱਜ ਕਰਕੇ ਬਚ ਜਾਵੇਗਾ? ਹੁਣ ਤੇ ਇਹਦੀ ਮੌਤ ਨਿਸ਼ਚਿੰਤ ਹੈ, ਇਹ ਮਰ ਜਾਵੇਗਾ। ਤਿਸੀ ਗ੍ਰੰਥ ਕੋ ਪੜ੍ਹੇ ਨਾ ਕੋਈ। ਹਾਂ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹ ਆਪਣੇ ਨਾਲ ਲੈ ਕਰਕੇ ਗਿਆ ਹੈ। ਤਿਸੀ ਗ੍ਰੰਥ ਕੋ ਪੜ੍ਹੇ ਨਾ ਕੋਈ। ਤੇ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੋਈ ਵੀ ਨਹੀਂ ਪੜ੍ਹੇਗਾ। ਰਾਮ ਡਰੋਲੀ ਥਿਰ ਹਵੈ ਸੋਈ। ਤੇ ਉਹ ਕਹਿੰਦੇ ਹਮੇਸ਼ਾ ਹੀ ਭਾਈ ਕੀ ਡਰੋਲੀ ਨਗਰ ਦੇ ਵਿੱਚ ਹੀ ਉਹ ਸਥਿਤ ਹੋਵੇਗਾ। ਇਮ ਕਲਗੀਧਰ ਸਰਾਪ ਉਚਾਰਾ। ਐਵੇਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਐਵੇਂ ਬਚਨ ਕੀਤੇ ਹਨ। ਤੇਰਾ ਤੇ ਲੁਟਾਏ ਦੇਹੁ ਸਾਰਾ। ਉਸ ਵੇਲੇ ਹੁਕਮ ਕੀਤਾ ਸਿੰਘਾਂ ਨੂੰ, ਕਹਿੰਦੇ ਇਹ ਮੂਰਖ ਨੰਦ ਚੰਦ ਦਾ ਡੇਰਾ ਲੁੱਟ ਲਵੋ। ਉਤ ਜਬ ਨੰਦ ਚੰਦ ਚਲ ਗਇਓ। ਇਧਰੋਂ ਜਦੋਂ ਨੰਦ ਚੰਦ ਭੱਜ ਕਰਕੇ ਚਲਾ ਗਿਆ ਨਰਬੜ ਹੈ, ਧੀਰ ਮਲ ਪਹਿ ਦਇਓ। ਉਸ ਵੇਲੇ ਕਹਿੰਦੇ ਆਪਣਾ ਇੱਕ ਮਨੁੱਖ, ਆਪਣਾ ਇੱਕ ਆਦਮੀ ਧੀਰਮਲ ਦੇ ਕੋਲ ਭੇਜਿਆ ਹੈ। ਸੁਰ ਕਰ ਮਿਲਿਓ ਹੰਕਾਰਤ ਕਹਿ। ਇਹਨੇ ਸਾਰੀ ਖਬਰ ਭੇਜੀ ਹੈ ਕਿ ਮੈਂ ਆ ਗਿਆ। ਤੇ ਐਵੇਂ ਜਦੋਂ ਖਬਰ ਪਹੁੰਚਾਈ ਹੈ, ਹੰਕਾਰ ਦੇ ਵਿੱਚ ਕਹਿਣ ਲੱਗਾ ਧੀਰਮਲ ਨੂੰ, ਲੱਖੋਂ ਸੰਗਤ ਮਮ ਬਸ ਹੈ। ਕਹਿੰਦਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਹਨ ਇਹ ਮੇਰੇ ਵਸ ਵਿੱਚ ਹਨ। ਕਰ ਗੁਰ ਤੁਝ ਕੋ ਧਨ ਅਰ ਪਾਵਾਂ। ਤੇ ਕਹਿੰਦਾ ਮੈਂ ਤੈਨੂੰ ਗੁਰੂ ਬਣਾ ਦੇਵਾਂਗਾ, ਤੇਰੀ ਪੂਜਾ ਕਰਾਇਆ ਕਰਾਂਗਾ, ਬੜਾ ਹੀ ਧਨ ਤੇਰੇ ਕੋਲ ਇਕੱਠਾ ਕਰਵਾ ਦੇਵਾਂਗਾ। ਸਭ ਦਿਸ਼ ਕੇ ਸਿਖ ਆਣ ਝੁਕਾਵਾਂ। ਸਾਰੀਆਂ ਦਿਸ਼ਾਵਾਂ ਦੇ ਵਿੱਚੋਂ ਜਿੰਨੇ ਵੀ ਸਿੱਖ ਹਨ ਸਾਰੇ ਤੇਰੇ ਚਰਨਾਂ ਦੇ ਵਿੱਚ ਝੁਕਾ ਦਵਾਂਗਾ। ਜਾਮੇ ਕੀ ਅਸਤੀਨ ਜੇ ਚਾਰਾਂ। ਕਹਿੰਦਾ ਜੇ ਮੈਂ ਆਪਣੇ ਜਾਮੇ ਦੇ ਆਪਣੇ ਚੋਲੇ ਦੀ ਇੱਕ ਬਾਹ ਝਾੜਨਾ ਕਰਾਂ, ਤਤਿਨ ਤਿਸ ਤੇ ਗੁਰੂ ਨਿਕਾਰਾਂ। ਕਹਿੰਦਾ ਛੇਤੀ ਦੇ ਨਾਲ ਮੈਂ ਗੁਰੂ ਬਣਾ ਸਕਦਾ। ਐਵੇਂ ਖੋਟੇ ਬਚਨ ਇਹ ਨੰਦ ਚੰਦ ਦੀ ਭੈੜੀ ਮੱਤ ਆਪਣੇ ਮੁਖ ਦੇ ਵਿੱਚੋਂ ਐਸੇ ਬਚਨ ਕਰੇ, ਐਸੇ ਬੋਲ ਕੱਢ ਲਿਆ। ਕਹਿੰਦਾ ਮੈਂ ਆਪਣੇ ਚੋਲੇ ਦੀ ਬਾਹ ਝਾੜਾਂ ਤੇ ਕਹਿੰਦਾ ਤਤ ਛਿੰਦ ਦੇ ਵਿੱਚ ਛੇਤੀ ਦੇ ਨਾਲ ਲੱਖਾਂ ਹੀ ਗੁਰੂ ਪੈਦਾ ਕਰ ਸਕਦਾ ਹਾਂ। ਇਤੇ ਆਦਿਕ ਕਹਿ ਨਮਰੀ ਹੋਏ। ਇਤੇ ਆਦਿਕ ਕਹਿ ਕਰਕੇ ਦੀਨ ਹੋ ਗਿਆ। ਰਹਿਓ ਨਿਸਾ ਘਟ ਡੇਰਾ ਹੋਏ। ਐਵੇਂ ਉੱਥੇ ਐਵੇਂ ਬਚਨ ਕਰਕੇ ਤੇ ਰਾਤ ਇਹਨੇ ਡੇਰਾ ਕਰਕੇ ਬਤੀਤ ਕਰਨਾ ਕੀਤੀ। ਧੀਰ ਮਲ ਨਿਕਟੀ ਰਹਿ ਕੋਈ। ਜਿਹੜੇ ਧੀਰ ਮਲ ਦੇ ਨਿਕਟੀ ਉਹਦੇ ਸੇਵਕ ਜਿੰਨੇ ਰਹਿੰਦੇ ਸਨ, ਸਿੱਖ ਮਸੰਦ ਮੁਸਾਹਿਬ ਸੇਈ। ਜਿਹੜੇ ਉਹਦੇ ਧੀਰ ਮਲ ਦੇ ਸਿੱਖ ਸਨ, ਮਸੰਦ ਸਨ, ਜਿੰਨੇ ਵੀ ਮੁਸਾਹਿਬ ਹੋਏ, ਤਿਨੋਂ ਚਿੰਤ ਕਰ ਮਸਲਤ ਠਾਨੀ। ਉਹਨਾਂ ਦੇ ਮਨ ਦੇ ਵਿੱਚ ਚਿੰਤਾ ਲੱਗ ਗਈ ਹੈ। ਚਿੰਤਾ ਲੱਗਣ ਦੇ ਨਾਲ ਆਪਸ ਦੇ ਵਿੱਚ ਐਵੇਂ ਵਿਚਾਰ ਕਰਨ ਲੱਗੇ। ਬੁੱਧ ਸੂਰਤਾ ਇਸੇ ਮਹਾਨੀ। ਕਹਿ ਲੱਗੇ ਇਹ ਜਿਹੜਾ ਆਨੰਦ ਚੰਦ ਇੱਥੇ ਆਇਆ ਹੈ ਇਹਦੀ ਜਿਹੜੀ ਬੁੱਧੀ ਹੈ ਬੜੀ ਸ੍ਰੇਸ਼ਟ ਹੈ, ਬੜਾ ਸੂਰਬੀਰ ਯੋਧਾ ਮੰਨਿਆ ਹੋਇਆ ਹੈ। ਦੇਹੁ ਰਹਿਬੇ ਕਰੋ ਨਿਕਾਸਨ। ਕਹਿੰਦੇ ਨਹਿ ਦੇਹ ਰਹਿਬੋ, ਕਿਵੇਂ ਕਹਿੰਦੇ ਇਹਨੂੰ ਕੱਢਣਾ ਕਰੀਏ, ਕਿਵੇਂ ਇਹਨੂੰ ਇੱਥੋਂ ਭਜਾ ਦਈਏ। ਕੈ ਰਚ ਛਲ ਕੋ ਪ੍ਰਾਨ ਬਿਨਾਸ਼ਨ। ਕਹਿੰਦੇ ਛਲ ਰਚ ਕਰਕੇ ਤੇ ਇਹ ਤੇ ਸਾਨੂੰ ਮਾਰ ਦੇਵੇਗਾ ਜਾਂ ਧੀਰ ਮਲ ਨੂੰ ਮਾਰ ਦਵੇਗਾ। ਧੀਰ ਮਲ ਕੇ ਨਿਕਟ ਸੁਧਾਰੇ। ਐਵੇਂ ਆਪਸ ਦੇ ਵਿੱਚ ਸਲਾਹ ਕਰਕੇ ਸਾਰੇ ਭੱਜ ਕਰਕੇ ਧੀਰ ਮਲ ਦੇ ਕੋਲ ਆਏ। ਅਨਕ ਸਿਆਣਪ ਸਹਿਤ ਉਚਾਰੇ। ਆਪਣੀਆਂ ਸਿਆਣਪਾਂ ਦੇ ਸਹਿਤ ਆਣ ਕਰਕੇ ਧੀਰ ਮਲ ਨੂੰ ਕਹਿਣ ਲੱਗੇ, ਤੁਮਰੇ ਬਸ਼ਰੀ ਗੋਬਿੰਦ ਸਿੰਘ ਸਾਹਿਬ। ਕਹਿੰਦੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ, ਹੇ ਧੀਰਮਲ ਇਹ ਤਾਂ ਤੇਰੇ ਵੱਡੇ ਵੈਰੀ ਹਨ। ਇਨਕੇ ਟਿਕ ਇਹ ਵਡੋ ਮੁਸਾਹਿਬ। ਤੇ ਇਹ ਜਿਹੜਾ ਤੇਰੇ ਕੋਲ ਆਇਆ ਹੈ ਨੰਦ ਚੰਦ, ਇਹ ਉਹਨਾਂ ਦਾ ਵੱਡਾ ਮੁਸਾਹਿਬ ਹੈ, ਇਹਨਾਂ ਦਾ ਵੱਡਾ ਮੁਸਾਹਿਬ ਹੈ, ਇਹਨਾਂ ਦੇ ਕੋਲ ਰਹਿਣ ਵਾਲਾ ਹੈ। ਰਚਿਓ ਕਪਟ ਆਇਓ ਚਲ ਡੇਰੇ। ਤੇ ਹੋਵੇ ਨਾ ਹੋਵੇ ਕੋਈ ਕਪਟ, ਕੋਈ ਛਲ ਧਾਰਨ ਕਰਕੇ ਤੇ ਇੱਥੇ ਚੱਲ ਕਰਕੇ ਸਾਡੇ ਡੇਰੇ ਵਿੱਚ ਆਇਆ ਹੈ। ਰਹਿ ਬਿਨਾਸ਼ਨ ਰਹਿ ਤੁਮ ਨੇਰੇ। ਤੇ ਇਹ ਤੇਰੇ ਕੋਲ ਰਹਿ ਕਰਕੇ ਤੈਨੂੰ ਮਾਰ ਦੇਵੇਗਾ, ਤੇਰਾ ਵਿਨਾਸ਼ ਕਰ ਦੇਵੇਗਾ। ਕਹਿ ਕਰਤਾਰ ਪੁਰਾ ਲੈ ਸ਼ੀਨ। ਨਹੀਂ ਤਾਂ ਇਹ ਕਰਤਾਰਪੁਰ ਜਿਹੜਾ ਨਗਰ ਹੈ ਇਹ ਤੇਰੇ ਕੋਲੋਂ ਛੀਣ ਲਵੇਗਾ, ਤੇਰੇ ਕੋਲੋਂ ਖੋਹ ਲਵੇਗਾ। ਬੈਠੇ ਨਿਕਟ ਭੇਤ ਲੈ ਚੀਨ। ਇਹ ਤੇਰੇ ਕੋਲ ਰਹਿ ਕਰਕੇ ਤੇਰਾ ਸਾਰਾ ਭੇਤ ਜਾਣ ਲਵੇਗਾ। ਸ਼ਸਤਰ ਹਤਨ ਮਹਿ ਦੀਰਘ ਗਾਡੋ। ਕਹਿੰਦੇ ਇਹ ਸ਼ਸਤਰਾਂ ਦੇ ਵਿੱਚ ਬੜਾ ਪ੍ਰਵੀਣ ਹੈ, ਬੜਾ ਸਿਆਣਾ ਹੈ ਸ਼ਸਤਰ ਚਲਾਉਣ ਦੇ ਵਿੱਚ। ਰਹੇ ਨਾ ਕੋ ਇਸ ਸਨਮੁਖ ਠਾਂਡੋ। ਤੇ ਜੇ ਇਹਦੇ ਹੱਥ ਦੇ ਵਿੱਚ ਸ਼ਸਤਰ ਹੋਵੇ ਤੇ ਇਹਦੇ ਅੱਗੇ ਕੋਈ ਵੀ ਟਿਕ ਨਹੀਂ ਪਾਉਂਦਾ, ਇਹਦਾ ਕੋਈ ਸਾਹਮਣਾ ਨਹੀਂ ਕਰ ਸਕਦਾ ਹੈ। ਜੇ ਚਾਹੇ ਆਪਨੋ ਨਿਕਾ। ਜੇ ਤੇ ਇਹ ਧੀਰਮਲ ਆਪਣਾ ਤੂੰ ਚੰਗਾ ਚਾਹੁੰਦਾ ਹੈ, ਇਸਕੇ ਹਤੇ ਹੋਤ ਹਿਤ
ਢੀਕਾ। ਤੇ ਇਹਨੂੰ ਮਾਰ ਦੇ ਤਾਂ ਹੀ ਸਾਡਾ ਭਲਾ ਹੋਵੇਗਾ, ਤਾਂ ਹੀ ਸਾਡਾ ਬਚਾਅ ਹੋਵੇਗਾ। ਆਏ ਅਚਾਨਕ ਬਸ ਮਹਿ ਪਰਿਓ। ਕਹਿੰਦੇ ਇਹ ਤੇ ਅਚਾਨਕ ਹੀ ਆ ਕਰਕੇ ਸਾਡੇ ਵਸ ਪੈ ਗਿਆ ਹੈ। ਜਿਸ ਕੇ ਚਹਿਤ ਪ੍ਰਾਨ ਪਰ ਹਰਿਓ। ਕਹਿੰਦੇ ਜਿਵੇਂ ਇਹ ਚਾਹ ਕਰਕੇ ਤੇ ਇਹਦੇ ਆਪਾਂ ਪ੍ਰਾਨ ਨਾਸ਼ ਕਰ ਦਈਏ, ਭਾਵ ਇਹਨੂੰ ਮਾਰ ਦਈਏ। ਕਾਜ ਬਿਗਾਰੇ ਅਨਕ ਤੁਹਾਰੇ। ਕਹਿੰਦੇ ਇਹਨੇ ਤੇਰੇ ਬੜੇ ਕਾਰਜ ਵਿਗਾੜੇ ਹਨ। ਲਿਓ ਪਲਟਾ ਅਬ ਇਸ ਕੋ ਮਾਰੇ। ਤੇ ਇਹਨੇ ਤੇਰੇ ਕਾਰਜ ਵਿਗਾੜੇ, ਤੂੰ ਹੁਣ ਪਲਟਾ ਲੈ ਇਹਦੇ ਕੋਲੋਂ, ਭਾਵ ਇਹਨੂੰ ਮਾਰ ਦੇ, ਮਾਰ ਕਰਕੇ ਇਹਦੇ ਕੋਲ ਪਲਟਾ ਲੈਣਾ ਕਰ, ਇਹਨੂੰ ਮਾਰ ਦੇਣਾ ਕਰ। ਸੁਣ ਕੇ ਧੀਰ ਮਲ ਤਬ ਕਹਿਓ। ਐਵੇਂ ਸੁਣ ਕਰਕੇ ਧੀਰ ਮਲ ਕਹਿਣ ਲੱਗਾ ਹੈ। ਕਿਵੇਂ ਸਹਤੇ ਵੀਰ ਬੜ ਲਹਿਓ। ਕਹਿੰਦੇ ਇਹ ਬੜਾ ਵੀਰ ਬਹਾਦਰ ਸੂਰਬੀਰ ਯੋਧਾ ਮੰਨਿਆ ਹੈ, ਕਿਵੇਂ ਇਹਨੂੰ ਮਾਰ ਦਈਏ। ਸ਼ਸਤਰਨ ਜੁਤ ਸਨਮੁਖ ਜਬ ਹੋਵੇ। ਜਦੋਂ ਸ਼ਸਤਰਾਂ ਦੇ ਸਹਿਤ ਸੂਰਬੀਰ ਇਹਦੇ ਅੱਗੇ ਹੋਣਗੇ ਹਤੇ ਅਨਕ ਕੋ ਸਮੁਖ ਖੜੋਵੇ। ਤੇ ਇਹਦੇ ਕੋਲ ਤਾਂ ਸ਼ਸਤਰ ਹੋਣਗੇ, ਸਾਰਿਆਂ ਨੂੰ ਮਾਰ ਦੇਵੇਗਾ। ਕੌਣ ਹੈ ਜਿਹੜਾ ਇਹਦੇ ਅੱਗੇ ਖਲੋ ਸਕੇਗਾ। ਸਭ ਹਨ ਮਾਰਨ ਵਿਦ ਕਹੀ। ਤੇ ਫੇਰ ਉਹ ਜਿੰਨੇ ਬੈਠੇ ਹੋਏ ਸਨ, ਜਿੰਨੇ ਆਪਣੇ ਮਤ ਅਨੁਸਾਰ ਸਿਆਣੇ ਸਨ, ਐਵੇਂ ਕਹਿਣ ਲੱਗੇ, ਕਹਿੰਦੇ ਇਸ ਵਿਧੀ ਦੇ ਨਾਲ ਇਹਨੂੰ ਆਪਾਂ ਮਾਰ ਮੁਕਾਈਏ। ਕਰੇ ਸੰਘਾਰਨ ਜਾਣਹਿ ਨਹੀਂ। ਕਹਿੰਦੇ ਇਸ ਪ੍ਰਕਾਰ ਇਹਨੂੰ ਮਾਰੀਏ ਕਿ ਇਹ ਜਾਣ ਨਾ ਸਕੇ। ਭਈ ਪ੍ਰਭਾਤ ਨਿਕਟ ਜਬ ਇਹ। ਕਹਿੰਦਾ ਹੈ ਧੀਰ ਮੱਲ, ਜਦੋਂ ਸਵੇਰ ਹੋਣ ਤੇ ਇਹ ਤੇਰੇ ਕੋਲ ਆਵੇਗਾ। ਇਹ ਤੁਬਕ ਇੱਕ ਵੀਰ ਛਪੈ ਹੈ। ਇੱਕ ਸੂਰਬੀਰ ਨੂੰ ਬੰਦੂਕ ਦੇ ਕਰਕੇ ਉਹਨੂੰ ਛਪਾ ਦਈਏ, ਉਹਨੂੰ ਲੁਕਾ ਦੇਣਾ ਕਰੀਏ। ਹਿਰਦੇ ਮਹਿ ਮਾਰੇ ਗੋਰੀ। ਤੇ ਜਦੋਂ ਉਹ ਤੱਕ ਕੇ ਨਿਸ਼ਾਨਾ ਇਹਦੇ ਹਿਰਦੇ ਦੇ ਵਿੱਚ ਬੰਦੂਕ ਦੇ ਵਿੱਚੋਂ ਗੋਲੀ ਮਾਰ ਦਵੇਗਾ, ਮਰੇ ਤਤ ਛਿਨ ਉਰ ਫੋਰੀ। ਤੇ ਛੇਤੀ ਦੇ ਨਾਲ ਇਹਦਾ ਦਿਲ ਫਟ ਜਾਵੇਗਾ, ਜਿਸ ਕਾਰਨ ਇਹ ਛੇਤੀ ਹੀ ਮਰ ਜਾਵੇਗਾ। ਸਲਾਹ ਕਰ ਸੁਪਤੇ ਰਾਤੀ। ਐਵੇਂ ਸਲਾਹ ਕਰਕੇ ਮਸ਼ਵਰਾ ਕਰਕੇ ਇਹ ਸੁੱਖਾਂ ਦੇ ਨਾਲ ਸੌਂ ਗਏ ਹਨ। ਆਇਓ ਮੰਦ ਜਬੈ ਹੋਏ ਪ੍ਰਾਤੀ। ਇਧਰੋਂ ਜਿਹੜਾ ਗੁਰਾਂ ਤੋਂ ਵੇਮੁਖ ਹੋਇਆ ਆਨੰਦ ਚੰਦ ਮੰਦੀ ਮਤ ਵਾਲਾ, ਇਹ ਚੱਲ ਕਰਕੇ ਜਦੋਂ ਆਇਆ ਹੈ, ਕਰਿਓ ਕਰਿਓ ਤਿਨ ਤੂਰਨ ਮਾਰੀ। ਉਸੇ ਵਕਤ ਜਿਹੜਾ ਛੁਪਿਆ ਹੋਇਆ ਸੂਰਬੀਰ ਸੀ, ਜਿਨ੍ਹਾਂ ਨੇ ਧੀਰ ਮਲੀਆਂ ਨੇ ਜਿਹਨੂੰ ਬੰਦੂਕ ਫੜਾਈ ਹੋਈ ਸੀ, ਉਸੇ ਵਕਤ ਕਹਿੰਦੇ ਉਹਨੇ ਆਪਣੀ ਬੰਦੂਕ ਦੇ ਵਿੱਚੋਂ ਗੋਲੀ ਚਲਾ ਦਿੱਤੀ। ਲੱਗੀ ਜਾਂਗ ਹੱਡ ਟੁੱਟਿਓ ਭਾਰੀ। ਜਾ ਕਰਕੇ ਇਹ ਨੰਦ ਚੰਦ ਦੀ ਲੱਤ ਦੇ ਵਿੱਚ ਵੱਜੀ ਹੈ, ਜਿਹਦੇ ਕਾਰਨ ਇਹਦੀ ਹੱਡੀ ਟੁੱਟ ਗਈ ਹੈ। ਇਹ ਤੋਤ ਹੇਰਤ ਖੜਗ ਨਿਕਾਸਿਓ। ਹੁਣ ਇਧਰ ਉਧਰ ਵੇਖਣ ਲੱਗਾ, ਆਪਣੀ ਮਿਆਨ ਦੇ ਵਿੱਚੋਂ ਕਿਰਪਾਨ ਕੱਢ ਲਈ ਹੈ। ਜਿਸਨੇ ਔਚਕ ਮੋਹਿ ਬਿਨਾਸਿਓ। ਤੇ ਕਹਿਣ ਲੱਗਾ, ਕਿੰਨੇ ਅਚਾਨਕ ਆਣ ਕਰਕੇ ਮੇਰੇ ਤੇ ਹਮਲਾ ਕੀਤਾ, ਜਿਨੇ ਹਮਲਾ ਕੀਤਾ ਮੇਰੇ ਸਾਹਮਣੇ ਆਵੇ। ਐਵੇਂ ਕਹਿਣ ਲੱਗਾ ਹੈ ਨੰਦ ਚੰਦ। ਦੋਨੋਂ ਦਿਸ਼ ਕਪਾਟ ਪਿਰਵਾਏ। ਇਧਰੋਂ ਧੀਰ ਮੱਲ ਨੇ ਦੋਵੇਂ ਪਾਸਿਆਂ ਤੋਂ ਜਿਹੜੇ ਦਰਵਾਜ਼ੇ ਸਨ ਇਹ ਪੜਵਾ ਦਿੱਤੇ ਨੇ। ਦੇਖ ਰਹਿਓ ਨਹਿ ਨਿਕਸਨ ਪਾਏ। ਹੁਣ ਨੰਦ ਚੰਦ ਇੱਧਰ ਉੱਧਰ ਵੇਖਦਾ, ਪਰ ਕਿਸੇ ਪ੍ਰਕਾਰ ਬਾਹਰ ਨਹੀਂ ਨਿਕਲਿਆ ਜਾ ਰਿਹਾ ਹੈ। ਨਿਕਟ ਕੋ ਜਾਏ ਨਾ ਸਕਹੀ। ਇਧਰੋਂ ਜਿਹੜੇ ਧੀਰ ਮੱਲ ਨੇ ਇਹ ਵੇਖਦੇ ਨੇ ਕਿ ਇਹ ਹੁਣ ਖਲੋਤਾ ਹੋਇਆ ਹੈ, ਪਰ ਇਹਨਾਂ ਨੇ ਆਪਣੇ ਡਰ ਦੇ ਵਿੱਚ ਡਰ ਧਾਰਨ ਕੀਤਾ, ਆਪਣੇ ਹਿਰਦੇ ਵਿੱਚ ਡਰ ਧਾਰਨ ਕੀਤਾ ਹੋਇਆ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਨੰਦ ਚੰਦ ਦੇ ਕੋਲ ਨਹੀਂ ਜਾਂਦਾ ਹੈ। ਸੰਘਾਰ ਹੈ ਘਾਤ ਨ ਤਕਹੀ। ਤੇ ਕਹਿੰਦੇ ਹੁਣ ਕਿਵੇਂ ਇਹਨੂੰ ਮਾਰੀਏ, ਕੋਈ ਵੀ ਘਾਵ ਦਾ ਪੇਚ ਨਹੀਂ ਲੱਭਦਾ ਹੈ। ਸਾਧੂ ਖੇਰ ਛੇਕ ਕਰ ਹੀਰਾ। ਉਸੇ ਵਕਤ ਕਹਿੰਦੇ ਇਹਨੇ ਛੱਤ ਦੇ ਵਿੱਚੋਂ ਛੇਕ ਜਿਹਾ ਕਰਕੇ ਵੇਖਿਆ ਹੈ। ਕਰੋ ਕ੍ਰੋਧ ਤੇ ਵੀਰ ਵਡੇਰਾ। ਕੀ ਵੇਖਿਆ ਕਿ ਉਹ ਨੰਦ ਚੰਦ ਸੂਰਬੀਰ ਖਲੋਤਾ ਹੋਇਆ, ਬੜਾ ਵੀਰ ਰਸ ਧਾਰਨ ਕੀਤਾ ਹੋਇਆ ਹੈ। ਜਪਾ ਕੇ ਹਰੀ ਪਿੰਜਰੇ ਡਾਰਿਓ। ਕਹਿੰਦੇ ਐਵੇਂ ਜਾਣੋ ਜਿਵੇਂ ਸ਼ੇਰ ਪਿੰਜਰੇ ਦੇ ਵਿੱਚ ਡਾਲਿਆ ਹੋਵੇ, ਉਹਨੂੰ ਪਿੰਜਰੇ ਵਿੱਚ ਬੰਦ ਕੀਤਾ ਹੋਵੇ, ਇਸੇ ਪ੍ਰਕਾਰ ਨੰਦ ਚੰਦ ਬੜੇ ਵੀਰ ਰਸ ਦੇ ਵਿੱਚ ਇਹਦੇ ਮਹਿਲਾਂ ਵਿੱਚ ਖਲੋਤਾ ਹੋਇਆ ਹੈ। ਸੰਗੀਤ ਤਕਾਲ ਉਠਾਇਓ। ਉਸੇ ਵਕਤ ਇਹ ਗੋਲੀਆਂ ਚੱਲੀਆਂ ਹਨ। ਹੱਥ ਗੋਰੀ ਬਹੁ ਫੇਰ ਸੰਘਾਰਿਓ। ਇਧਰੋਂ ਧੀਰ ਮਲੀਆਂ ਨੇ ਫੜੀਆਂ ਹੋਈਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਚਲਾ ਦਿੱਤੀਆਂ। ਐਂਜ ਪੌਰ ਤੇ ਵਹਿਰ ਗਿਰਾਇਓ। ਜਿਹਦੇ ਕਰਕੇ ਇਹਦਾ ਸਰੀਰ ਛਾਨਣੀ ਕਰ ਦਿੱਤਾ ਹੈ, ਨੰਦ ਚੰਦ ਦਾ ਮਾਰ ਦਿੱਤਾ। ਉਸੇ ਵਕਤ
ਜਦੋਂ ਮਰ ਗਿਆ ਇਹਨਾਂ ਧੀਰ ਮਲੀਆਂ ਨੇ ਖਿੱਚ ਕਰਕੇ ਦਰਵਾਜ਼ੇ ਦੇ ਬਾਹਰ ਇਹਨੂੰ ਸੁੱਟ ਦਿੱਤਾ। ਪਰ ਸੰਗੀ ਤਤ ਕਾਲ ਉਠਾਇਓ। ਇਹ ਜਿੰਨੇ ਵੀ ਸੂਰਬੀਰ ਸਨ ਇਹ ਧੀਰ ਮਲੀ ਦੇ ਇਹ ਛੇਤੀ ਦੇ ਨਾਲ ਇਹ ਨੰਦ ਚੰਦ ਦੇ ਸਰੀਰ ਨੂੰ ਉਠਾਇਆ ਹੈ। ਕਾਲੇ ਸੰਗਾ ਫੂਕਿਓ ਜਾਏ। ਇਹ ਜਿਹੜਾ ਕਾਲੇ ਸੰਗੇ ਨਾਮ ਦਾ ਨਗਰ ਸੀ ਇੱਥੇ ਚੁੱਕ ਕਰਕੇ ਇਹ ਨੰਦ ਚੰਦ ਦਾ ਸਰੀਰ ਲੈ ਗਏ ਹੈ। ਲੈ ਜਾ ਕਰਕੇ ਤੇ ਇਹਦੇ ਸਰੀਰ ਦਾ ਸੰਸਕਾਰ ਕਰ ਦਿੱਤਾ। ਮ੍ਰਿਤਕ ਭਇਓ ਇਮ ਧਰਮ ਗਵਾਏ। ਐਵੇਂ ਕਹਿਣ ਲੱਗੇ ਕਿ ਇਹ ਮੂਰਖ ਨੇ ਗੁਰਾਂ ਤੋਂ ਵੇਮੁਖ ਹੋ ਕਰਕੇ ਭੱਜਿਆ ਸੀ। ਐਵੇਂ ਇਹਨੇ ਆਪਣਾ ਧਰਮ ਗਵਾ ਦਿੱਤਾ। ਧਰਮ ਗਵਾ ਕਰਕੇ ਇਹ ਮੂਰਖ ਮਰ ਗਿਆ। ਇਹਨੂੰ ਮੌਤ ਤੋਂ ਬਚ ਕਰਕੇ ਆਇਆ ਸੀ ਤੇ ਅੱਗੇ ਹੀ ਮੌਤ ਖੜੀ ਸੀ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤੇ ਕਿ ਇਹ ਮੂਰਖ ਮੌਤ ਤੋਂ ਬਚ ਕਰਕੇ ਗਿਆ ਤੇ ਮੌਤ ਹੀ ਅੱਗੇ ਹੋਵੇਗੀ। ਸੋ ਐਸਾ ਬਚਨ ਗੁਰਾਂ ਦਾ ਪੂਰਾ ਹੋਇਆ ਜਿਹਦੇ ਕਰਕੇ ਇਹ ਮਰ ਗਿਆ। ਇਹ ਧੀਰ ਮਲੀਆਂ ਨੇ ਰਲ ਕਰਕੇ ਇਹਨੂੰ ਮਾਰ ਦਿੱਤਾ। ਜਿਵੇਂ ਖਾਲਸਾ ਜੀ ਗੁਰਬਾਣੀ ਦੇ ਵੀ ਬਚਨ ਹਨ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜਿਹੜੇ ਗੁਰਾਂ ਤੋਂ ਵੇਮੁਖ ਹੋ ਜਾਂਦੇ ਨੇ ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦੇ ਦੁੱਖ ਲੱਗਦੇ ਨੇ। ਜਿਵੇਂ ਇਹਨੂੰ ਦੁੱਖ ਲੱਗਾ ਮੌਤ ਦਾ ਦੁੱਖ ਲੱਗਾ, ਜਿਹੜਾ ਭੈੜਾ ਦੁੱਖ ਮੰਨਿਆ ਹੋਇਆ ਸਾਧ ਸੰਗਤ ਜੀ। ਤੋ ਇਸੇ ਪ੍ਰਕਾਰ ਇਹਦੀ ਮੌਤ ਹੋਈ। ਇਤਿਹਾਸਕ ਇਹ ਪ੍ਰਸੰਗ ਆਏ ਨੇ। ਇੱਥੇ ਪ੍ਰਸੰਗਾਂ ਦੀ ਸਮਾਪਤੀ ਹੈ। ਅੱਗੇ ਜਿਵੇਂ ਵੀ ਪ੍ਰਸੰਗ ਆਉਣਗੇ ਤੋ ਖਾਲਸਾ ਜੀ ਆਪਾਂ ਅਗਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਸੋ ਇੱਥੇ ਹੁਣ ਕਥਾ ਨੂੰ ਵਿਸ਼ਰਾਮ ਹੈ। ਕਥਾ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸੋ ਆਪ ਜੀ ਕਿਰਪਾ ਕਰਕੇ ਬਖਸ਼ਣਹਾਰ ਜੀ ਕਿਰਪਾ ਕਰਕੇ ਬਖਸ਼ ਲੈਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ। ਕਿਰਪਾ ਕਰਕੇ ਬਖਸ਼ ਲੈਣ। ਲੇਖਿਆ ਕਤਹਿ ਨਾ ਛੂਟੀਐ ਖਿਨ ਖਿਨ ਭੁੱਲਣਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਹੈਂਚ ਪੌੜ ਤੇ ਵਹਿੜ ਗਿਰਾਇਓ। ਭਟ ਸੰਗੀ ਤਤ ਕਾਲ ਉਠਾਇਓ। ਕਾਲੇ ਸੰਗਾ ਫੂਕਿਓ ਜਾਏ। ਮ੍ਰਿਤਕ ਭਇਓ ਇਮ ਧਰਮ ਗਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।